2026 ਦੇ ਵਿੱਚ ਮੈਥ ਸਬਜੈਕਟ ਦੇ ਲਈ ਕਲਾਸ 10 ਦੀ ਵਰਕਸ਼ੀਟ 4 ਆ ਚੁੱਕੀ ਹੈ। ਆਈ ਹੋਪ ਕਿ ਤੁਸੀਂ ਪਹਿਲੇ 3 ਵਰਕਸ਼ੀਟਸ ਕੀਤੀਆਂ ਹੋਣਗੀਆਂ, ਉਹਨਾਂ ਦੇ ਨੋਟਸ ਬਣਾਏ ਹੋਣਗੇ ਔਰ ਤੁਹਾਨੂੰ ਕਾਫੀ ਬੇਸਿਕਸ ਵੀ ਕਲੀਅਰ ਹੋਏ ਹੋਣਗੇ। ਵਰਕਸ਼ੀਟ 4 ਦੇ ਵਿੱਚ 3D ਫਿਗਰਸ ਵੀ ਡਿਸਕਸ ਕੀਤੀਆਂ ਜਾਣਗੀਆਂ, ਰੈਸ਼ਨਲ ਇਰੈਸ਼ਨਲ ਨੰਬਰਸ ਵੀ ਡਿਸਕਸ ਕੀਤੇ ਜਾਣਗੇ ਐਂਡ ਟ੍ਰਾਇੰਗਲਸ ਦੇ ਕਨਸੈਪਟ ਵੀ ਡਿਸਕਸ ਕੀਤੇ ਜਾਣਗੇ, ਜਿਹਦੇ ਵਿੱਚ ਸਿਮਿਲੈਰਿਟੀ, ਥੇਲਸ ਥਿਓਰਮ ਸਾਰੇ ਕਨਸੈਪਟਸ ਇੰਕਲੂਡਡ ਨੇ। ਤਾਂ ਸ਼ੁਰੂ ਕਰਦੇ ਹਾਂ। ਮੈਂ ਹਾਂ ਸਰਬਜੀਤ ਤੂਰ ਫਰਮ ਦ ਕੁਐਸਟ ਫॉर ਮੈਥਸ। ਐਸੇ ਇੱਕ ਪਲੇਟਫਾਰਮ ਤੇ ਤੁਸੀਂ ਮੈਥਸ ਦੀ ਐਕਸਕਲੂਸਿਵ ਇਨਫੋਰਮੇਸ਼ਨ ਲੈ ਸਕਦੇ ਹੋ from school to college and competitions. The worksheet 4 ਦਾ first question ਹੈ, ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਪਰਿਮੇय ਹੈ ਯਾਨੀ ਕਿ ਰੈਸ਼ਨਲ ਨੰਬਰ। ਠੀਕ ਹੈ, ਇਹਦੇ ਬੇਸਿਕ ਕਨਸੈਪਟਸ ਬੇਟਾ ਤੁਸੀਂ ਪੁਰਾਣੇ ਵੀਡੀਓਜ਼ ਵਿੱਚੋਂ ਦੇਖ ਸਕਦੇ ਹੋ। ਇਹਦੇ ਵਿੱਚੋਂ 36 ਰੂਟ ਨੂੰ ਆਪਾਂ ਸੋਲਵ ਕਰੀ ਤਾਂ 6 ਆਏਗਾ। ਇਹ ਇੱਕ ਪ੍ਰਾਈਮ ਨੰਬਰ ਦਾ ਰੂਟ ਹੈ, ਇਹ ਵੀ ਇਰੈਸ਼ਨਲ ਹੋ ਗਿਆ। रूट 2 which irrational ਹੈ जुड़िया हुआ है तो ए भी इरेशनल हो गया, 7 रूट 5 भी इरेशनल हो गया। तो सिर्फ अपने को परिमेय संख्या यानी कि रैशनल नंबर जो है वो डी ऑप्शन रह गया। हेडा दित्तियां संख्यावां विचों किहड़ी संख्या अपरिमेय यानी कि इरेशनल है। ठीक है, सेम वही देखना आपको, जेड़ा रूट सॉल्व ना होवे उत्थे देखना है। आ सॉल्व हो गया तो रैशनल है, एदा आंसर 5 है, ए रैशनल सॉल्व हो गया। इधर रूट 23 कैंसिल हो गए तो ये भी सॉल्व हो गया। 2 माइनस रूट 5 जेड़ा वो सॉल्व नहीं हो रहा है, इरेशनल रहेगा। ਦਿੱਤੇ ਗੁਣਨਖੰਡ ਰੁੱਖ ਵਿੱਚ ਅਗਿਆਤ ਸੰਖਿਆਵਾਂ ਕੀ ਹੋਣਗੀਆਂ। ਇਹ ਕੁਐਸਚਨ ਬੇਟਾ ਬੋਰਡ ਦੇ ਪੇਪਰ ਦੇ ਵਿੱਚ ਵੀ ਹਰ ਵਾਰੀ ਆਂਦਾ ਹੀ ਆਂਦਾ 1 ਮਾਰਕਸ ਦੇ ਵਿੱਚ। ਇਹਨੂੰ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਹੈ। ਇੱਥੇ ਤੁਹਾਡੇ ਕੋਲ ਆ 12 ਪਿਆ ਹੋਇਆ ਔਰ ਆ 2 ਹੈ, ਤਾਂ 2 ਨੂੰ 12 ਨਾਲ ਆਪਾਂ ਡਿਵਾਈਡ ਕਰਾਂਗੇ, ਇੱਥੇ ਕਿੰਨਾ ਆ ਜਾਏਗਾ ਮੇਰੇ ਕੋਲ 6। ਠੀਕ ਹੈ, ਫਿਰ 6 ਨੂੰ 2 ਦੇ ਨਾਲ ਡਿਵਾਈਡ ਕਰਾਂਗੇ ਤੇ ਕਿੰਨਾ ਆ ਜਾਏਗਾ ਮੇਰੇ ਕੋਲ 3। ਤਾਂ 6 and 3 a is equals to 6, b is equals to 3। ਕਿਸੇ ਪਰਿਮੇय ਸੰਖਿਆ ਨੂੰ p ਬਟੇ q ਦੇ ਰੂਪ ਵਿੱਚ ਦਰਸਾਉਣ ਦੇ ਤਾਂ ਇਸ ਲਈ ਜ਼ਰੂਰੀ ਸ਼ਰਤ ਕਿਹੜੀ ਹੈ। ਅਗਰ ਕਿਸੇ ਰੈਸ਼ਨਲ ਨੰਬਰ ਨੂੰ ਅਸੀਂ p/q ਦੀ ਫਾਰਮ ਦੇ ਵਿੱਚ ਰਾਈਟ ਕਰਦੇ ਹਾਂ ਤਾਂ ਮੇਨ ਜਿਹੜੀ ਉਹਦੇ ਵਿੱਚ ਸ਼ਰਤ ਹੁੰਦੀ ਹੈ, ਮੇਨ ਰੂਲ ਹੁੰਦਾ ਉਹ ਇਹ ਚੀਜ਼ ਹੈ ਕਿ ਜਿਹੜਾ ਡਿਨੋਮੀਨੇਟਰ ਹੈ ਉਹ 0 ਨਹੀਂ ਹੋਣਾ ਚਾਹੀਦਾ, q not equal to 0। ਕੁਐਸਚਨ ਨੰਬਰ 5, 5005 ਦੇ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। 5005 ਪਹਿਲਾਂ ਤਾਂ ਬੇਟਾ 5 ਹੀ ਆ ਗਿਆ ਔਰ 1001 7 11 ਤੇ 13 ਯਾਨੀ ਕਿ 5 ਮਲਟੀਪਲਾਈਡ ਬਾਈ 7 11 13 ਇਹ ਤੁਸੀਂ ਯਾਦ ਹੀ ਰੱਖਣਾ ਹੈ। ਸੋ ਆ ਗਿਆ 5 7 11 13। 210 ਤੇ 55 ਦਾ HCF 5 ਤੇ ਉਹਨਾਂ ਦਾ LCM ਕੀ ਹੋਵੇਗਾ। ਇਹ 10th ਕਲਾਸ ਦੇ ਵਿੱਚ ਬੇਟਾ ਜਿਹੜਾ ਫਰਸਟ ਚੈਪਟਰ ਹੈ ਉਹਦੇ ਵਿੱਚ ਆਪਣੇ ਕੋਲ ਫਾਰਮੂਲਾ ਹੀ ਹੈ ਕਿ ਦੋ ਨੰਬਰਸ ਦਾ अगर मल्टीप्लिकेशन कर लो यानी कि गुणनफल उन्हां दोनों दे LCM और HCF दे गुणनफल दे बराबर हुंदा है। ਤਾਂ ਪੇਪਰ ਵਿੱਚ ਵੀ ਕੁਐਸਚਨ ਕਿਸ ਤਰੀਕੇ ਨਾਲ ਆਉਂਦਾ 1 2 3 4 ਇਹ 4 ਨੰਬਰ ਦੇ ਵਿੱਚੋਂ ਤੁਹਾਨੂੰ 3 ਨੰਬਰ ਦੇ ਰੱਖੇ ਹੋਣਗੇ, ਚੌਥਾ ਤੁਸੀਂ ਡਿਵਾਈਡ ਕਰਕੇ ਫਾਈਂਡ ਆਊਟ ਕਰ ਲਓਗੇ। ਦੇਖੋ ਕਿਵੇਂ 210 और 55 ਇਹ ਤੁਹਾਡੇ ਹੋ ਗਏ PQ और ਆ ਤੁਹਾਡਾ ਆ ਗਿਆ 5 HCF। ਤਾਂ 210 और 55 और LCM मल्टीप्लाइड बाय HCF जो कि है 5। मैं ਤੁਹਾਨੂੰ ਕੀ ਕਿਹਾ ਸੀ ਡਿਵਾਈਡ ਕਰਕੇ ਪਤਾ ਕਰ ਲਓਗੇ। ਤਾਂ ਇਧਰੋਂ ਚੱਕ ਕੇ ਇਹਨੂੰ ਇੱਥੇ ਡਿਵੀਜ਼ਨ 'ਚ ਹੀ ਪਾਣਾ ਹੈ। ਇੱਥੇ ਆ ਗਿਆ 11 210 और 11 ਨੂੰ ਆਪਾਂ ਮਲਟੀਪਲਾਈ ਕਰਾਂਗੇ ਤਾਂ 2310 ਆਨਸਰ ਆ ਜਾਏਗਾ। ਜੇਕਰ 867 255 ਨੂੰ ਉਹਨਾਂ ਦੇ HCF ਦੇ ਨਾਲ ਵੰਡਿਆ ਜਾਵੇ ਤਾਂ ਭਾਗਫਲ ਕੀ ਆਉਂਦਾ ਹੈ। ਯਾਨੀ ਪਹਿਲੀ ਗੱਲ ਤਾਂ ਆਪਾਂ ਦੋਨੋਂ ਨੰਬਰਸ ਦਾ ਕੀ ਫਾਈਂਡ ਆਊਟ ਕਰਨਾ ਹੈ HCF और फिर अलग-अलग ਉਹਨਾਂ ਨੂੰ ਡਿਵਾਈਡ ਕਰਨਾ ਹੈ। ਫਿਰ ਜਿਹੜੇ ਦੋ ਨੰਬਰ ਆਣਗੇ ਇਹ ਚੈੱਕ ਕਰਨਾ ਹੈ ਕਿ ਉਹਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈਗਾ ਹੈ। ਤਾਂ 255 ਤੇ 867 ਦਾ ਆਪਾਂ HCF ਪਹਿਲਾਂ ਫਾਈਂਡ ਆਊਟ ਕਰ ਲੈਂਦੇ ਆ, ਜੋ ਕਿ ਤੁਹਾਨੂੰ ਬੇਟਾ ਕੱਢਣਾ ਆਂਦਾ ਹੀ ਹੋਊਗਾ ਔਰ ਉਹ ਹੁੰਦਾ ਹੈ 51। ਇਹ HCF ਆ ਗਿਆ ਮੇਰੇ ਕੋਲ 51 और 867 ਨੂੰ ਮੈਂ 51 ਨਾਲ ਡਿਵਾਈਡ ਕਰਨਾ ਹੈ और 255 ਨੂੰ ਵੀ ਮੈਂ 51 ਨਾਲ ਡਿਵਾਈਡ ਕਰਨਾ ਹੈ। ਠੀਕ ਹੈ, ਇੱਥੇ ਆ ਗਿਆ ਮੇਰੇ ਕੋਲ 5 और ਇਹਦਾ ਆਨਸਰ ਹੈ 17 और 17 और 5 ਜਿਹੜੇ ਹੈ ਉਹ ਦੋਨੋਂ ਹੀ ਕੀ ਨੇ ਪ੍ਰਾਈਮ ਨੰਬਰਸ ਨੇ, ਅਭਾਜ ਸੰਖਿਆਵਾਂ ਨੇ। ਠੀਕ ਹੈ, और ਆਪਸ ਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕੀ ਹੈ ਇਹ ਸਹ ਅਭਾਜ ਯਾਨੀ ਕਿ ਕੋ ਪ੍ਰਾਈਮ ਨੰਬਰਸ ਨੇ। ਜ਼ਿਆਦਾ ਇਹ ਆਪਸ਼ਨ ਸਹੀ ਆਪਸ਼ਨ ਹੋਵੇਗਾ। ਜੇਕਰ ਦੋ ਸੰਖਿਆਵਾਂ ਸਹ ਅਭਾਜ ਹਨ ਯਾਨੀ ਕਿ ਕੋ ਪ੍ਰਾਈਮ ਹਨ ਤਾਂ ਉਹਨਾਂ ਦਾ LCM ਕਿਹਦੇ ਬਰਾਬਰ ਹੋਗਾ। बेटा देखो को प्राइम नंबर्स ਆਪਾਂ ਪਹਿਲਾਂ ਵੀ ਇਹ ਡਿਸਕਸ ਕਰ ਚੁੱਕੇ हैं। ਉਹ ਨੰਬਰ ਹੁੰਦੇ ਜਿਨ੍ਹਾਂ ਦਾ ਕਾਮਨ ਫੈਕਟਰ ਆਪਸ ਦੇ ਵਿੱਚ ਹਮੇਸ਼ਾ ਸਿਰਫ 1 ਹੀ ਹੋਏਗਾ।
ਜਾਂ ਇਹ ਕਹਿ ਲਓ ਉਹਨਾਂ ਦੋਨਾਂ ਦਾ HCF ਸਿਰਫ ਹੁੰਦਾ ਹੈ 1, ਤਾਂ ਆਪਾਂ A ਔਰ B ਨੂੰ ਕੋ-ਪ੍ਰਾਈਮ ਕਹਾਂਗੇ। ਚਾਹੇ ਉਹਨਾਂ ਨੂੰ ਅਲੱਗ-ਅਲੱਗ ਦੇਖਣ ਪਰ ਉਹ ਅਭਾਜ ਨਾ ਹੋਣ, ਪ੍ਰਾਈਮ ਨੰਬਰ ਨਾ ਹੋਣ, ਪਰ ਜਦੋਂ ਇਕੱਠੇ ਕੰਸੀਡਰ ਕਰ ਰਹੇ ਹਾਂ ਤਾਂ ਦੋਨੋਂ ਨੰਬਰਸ ਦਾ ਹਾਈਐਸਟ ਕਾਮਨ ਫੈਕਟਰ ਜਾਂ ਮਮਾ ਸੱਸਾ ਬਾਵਾ ਉਹ ਹੈ ਸਿਰਫ 1। ਹੁਣ ਇਹ ਕਹਿੰਦਾ ਜਿਹੜੇ ਇਹ ਜਿਹੇ ਨੰਬਰਸ ਹੁੰਦੇ ਨੇ ਉਹਨਾਂ ਦਾ ਐਲਸੀਐਮ ਕਿਹਦੇ ਬਰਾਬਰ ਹੋਗਾ? ਜਿਨ੍ਹਾਂ ਦਾ ਕਾਮਨ ਫੈਕਟਰ 1 ਹੈ ਤਾਂ ਜਿਹੜਾ ਐਲਸੀਐਮ ਹੋਗਾ ਉਹ ਇਹਨਾਂ ਦਿਨਾਂ ਦੇ ਗੁਣਾ ਦੇ ਬਰਾਬਰ ਹੀ ਹੋਊਗਾ, ਉਹਨਾਂ ਦਾ ਗੁਣਨਫਲ ਯਾਨੀ ਕਿ ਪ੍ਰੋਡਕਟ ਆਫ ਦਾ ਨੰਬਰਸ। ਕੁਐਸਚਨ 10 ਵੱਲ ਚੱਲਦੇ ਆਪਾਂ। ਦੋ ਸੰਖਿਆਵਾਂ ਦੇ HCF ਅਤੇ LCM ਦਾ ਗੁਣਨਫਲ ਹਮੇਸ਼ਾ ਕਿਸ ਦੇ ਬਰਾਬਰ ਹੁੰਦਾ ਹੈ? ਉਹਨਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਹੁਣੇ ਆਪਾਂ ਫਾਰਮੂਲਾ ਡਿਸਕਸ ਕੀਤਾ। ਬੇਟਾ ਇਹ ਕੁਐਸਚਨ ਤੁਸੀਂ ਸਾਰੇ ਨਾਲ ਸੀਰੀਅਸਲੀ ਯਾਦ ਕਰਨੇ ਨੇ, ਇਹਨਾਂ ਦੇ ਨੋਟਸ ਬਣਾਓ। ਇਹਨਾਂ ਵਿੱਚੋਂ ਤੁਹਾਨੂੰ ਕੁਐਸਚਨ ਬੋਰਡ ਦੇ ਪੇਪਰ 'ਤੇ ਜ਼ਰੂਰ ਆਣਗੇ ਹੀ ਆਣਗੇ, ਤਾਂ ਇਹਦੀ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ। 2 ਪਾਵਰ 4 3 2 5 2 ਕਿਊਬ 3 ਕਿਊਬ 7 ਇਹਨਾਂ ਦਾ ਮਹੱਤਵ ਸਮਾਵਰਤਕ ਯਾਨੀ ਕਿ HCF ਕੀ ਹੈ? ਤੁਹਾਨੂੰ ਮੈਂ HCF ਦੇ ਲਈ ਬਹੁਤ ਹੀ ਸਿੰਪਲ ਜੀ ਫਾਰਮੂਲਾ ਦੱਸਿਆ ਸੀਗਾ। ਤੁਸੀਂ ਕੀ ਲੈਣੇ ਨੇ? ਸਾਂਝੇ ਗੁਣਨਖੰਡ, ਸਾਂਝੇ ਗੁਣਨਖੰਡ ਲੈਣੇ ਨੇ। ਠੀਕ ਹੈ, ਸਭ ਨੂੰ ਗੁਣਾ ਕਰਨਾ ਤਾਂ ਆਪਾਂ ਨੂੰ ਪਤਾ ਹੀ ਹੈ। ਫਾਰਮੂਲਾ ਰੱਖਣ ਦਾ ਤਰੀਕਾ ਦੱਸ ਰਹੀ ਤੁਹਾਨੂੰ ਮੈਂ। ਸਾਂਝੇ ਗੁਣਨਖੰਡ ਇਹਦੇ ਵਿੱਚ 2 ਹੈ 3 ਹੈ, ਬਸ ਦੋ ਹੀ ਹੈ ਨਾ, 2 ਔਰ 3। ਹੁਣ ਸਾਂਝੇ ਗੁਣਨਖੰਡਾਂ ਵਿੱਚੋਂ ਘਾਤ ਕਿਹੜੀ ਲੈਣੀ ਹੈ? ਛੋਟੀ ਘਾਤ। ਕਾਮਨ ਫੈਕਟਰਸ ਐਂਡ ਲੀਸਟ ਪਾਵਰ, ਤਾਂ 2 ਦੀ ਪਾਵਰ 1 4 ਹੈ, 3 ਤਾਂ ਕਿਹੜੀ ਚੱਕਾਂਗੇ ਆਪਾਂ? 3 ਚੱਕਾਂਗੇ। 3 ਦੀ ਪਾਵਰ 2 ਹੈ ਔਰ 3 ਦੀ ਪਾਵਰ 3 ਤਾਂ ਕਿਹੜੀ ਲਵਾਂਗੇ? 3 ਦੀ ਪਾਵਰ 2 ਲਵਾਂਗੇ। ਸਾਂਝੇ ਗੁਣਨਖੰਡਾਂ ਦੇ ਵਿੱਚ ਉਹਨਾਂ ਦੀ ਛੋਟੀ ਘਾਤ ਲੈਣੀ ਹੈ, ਫਿਰ ਉਹਨਾਂ ਨੂੰ ਕਰ ਲਓ ਗੁਣਾ। ਤਾਂ ਇਹ ਆ ਗਿਆ ਮੇਰੇ ਕੋਲ 9 × 8 ਯਾਨੀ ਕਿ 72। ਮੈਂ ਤੁਹਾਨੂੰ ਇਹਦੇ ਨਾਲ ਹੀ ਦੱਸ ਦਿੰਦੀ ਕਿ LCM ਦੇ ਲਈ ਕੀ ਫਾਰਮੂਲਾ ਯੂਜ਼ ਹੁੰਦਾ ਹੈ। ਇੱਥੇ ਸਾਂਝੇ ਵਰਡ ਹੈ ਨਾ, ਇੱਥੇ ਆ ਜਾਊਗਾ ਸਾਰੇ, ਆਲ, ਸਾਰੇ ਗੁਣਨਖੰਡ। ਠੀਕ ਹੈ, ਹੁਣ ਸਾਰੇ ਗੁਣਨਖੰਡਾਂ ਵਿੱਚੋਂ 2 ਦੀ ਪਾਵਰ 4 ਵੀ ਹੈ, 2 ਦੀ ਪਾਵਰ 3 ਵੀ ਹੈ। ਹੁਣ ਇੱਥੇ ਜਿਹੜੀ ਕਨਫਿਊਜ਼ਨ ਹੈ ਪਾਵਰ ਦੀ, ਉਹ ਕਿਹੜੀ ਲਵਾਂਗੇ? ਹੁਣ ਇਸ ਤੋਂ ਉਲਟ ਆ ਜਾਓ, ਵੱਡੀ ਘਾਤ। ਇਹਦਾ ਮਤਲਬ ਕੀ ਹੋਇਆ? ਸਾਰੇ ਗੁਣਨਖੰਡ ਲਿਖ ਲਓ, 2 ਵੀ ਆ ਗਿਆ, 3 ਵੀ ਆ ਗਿਆ, 5 ਵੀ ਆ ਗਿਆ, 7 ਵੀ ਆ ਗਿਆ। ਜਿੱਥੇ ਪਾਵਰਸ ਹੈਗੀਆਂ ਨੇ ਉੱਥੇ ਕਿਹੜੀ ਪਾਵਰ ਲੈਣੀ? ਵੱਡੀ, ਯਾਨੀ ਕਿ 2 ਦੀ ਪਾਵਰ ਹੁਣ ਇੱਥੋਂ 4 ਲਵਾਂਗੇ ਔਰ 3 ਦੀ ਪਾਵਰ ਲਵਾਂਗੇ 3। ਤਾਂ ਇਹ ਆਨਸਰ LCM ਦਾ ਹੁੰਦਾ ਹੈ ਔਰ ਇਹ ਆਨਸਰ HCF ਦਾ ਹੁੰਦਾ ਹੈ। ਤਾਂ ਜਦੋਂ ਆਪਾਂ ਨੂੰ ਕੁਐਸਚਨ ਆਪਾਂ ਸੋਲਵ ਕਰਦੇ ਹਾਂ ਤਾਂ ਉਹਨਾਂ ਨੂੰ ਹਮੇਸ਼ਾ ਫੈਕਟਰਸ ਦੇ ਵਿੱਚ ਕਨਵਰਟ ਕਰੋ ਔਰ ਫੈਕਟਰਸ ਦੀ ਪਾਵਰ ਲਗਾਓ। ਕੁਐਸਚਨ ਨੰਬਰ 12, ਇਹਦਾ ਆਨਸਰ ਆ ਅੰਕਗਣਿਤ ਦੀ ਮੂਲ ਅੰਕਗਣਿਤ ਦੀ ਮੂਲਭੂਤ ਪਰਿਮੇय ਦੱਸਦੀ ਹੈ ਕਿ ਅੰਕਗਣਿਤ ਯਾਨੀ ਕਿ ਅਰਥਮੈਟਿਕ ਦੀ ਫੰਡਾਮੈਂਟਲ ਥਿਓਰਮ ਕੀ ਸ਼ੋ ਕਰਦੀ ਹੈ? ਉਹ ਆਹੀ ਹੈ ਜਿਹੜੀ ਹੁਣ ਤੁਸੀਂ ਉੱਪਰ ਦੇਖ ਰਹੇ ਹੋ। ਆ ਮੈਂ ਗੁਣਨਖੰਡ ਬਣਾ ਰੱਖੇ ਨੇ ਨਾ, ਇਹ ਪ੍ਰਾਈਮ ਫੈਕਟਰਸ ਬਣਾ ਰੱਖੇ ਨੇ। ਇੱਥੇ ਯਾਦ ਰੱਖੋ, ਦਿਸ ਇਜ਼ ਦਾ ਬੇਸਿਕ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ। ਕੋਈ ਵੀ ਸੰਖਿਆ ਹੈਗੀ ਆਪਣੇ ਕੋਲ, ਹਰੇਕ ਪੂਰਨ ਸੰਖਿਆ ਅਭਾਜ ਸੰਖਿਆਵਾਂ ਵਿੱਚ ਇੱਕ ਵਿਲੱਖਣ ਗੁਣਨਖੰਡੀਕਰਨ ਹੁੰਦਾ ਹੈ। ਯਾਨੀ ਕਿ ਮੇਰੇ ਕੋਲ ਇੱਕ ਹੋਲ ਨੰਬਰ ਹੈ ਔਰ ਉਹਨੂੰ ਮੈਂ ਇੱਕ ਯੂਨੀਕ ਵੇ ਦੇ ਵਿੱਚ ਐਜ਼ ਅ ਪ੍ਰੋਡਕਟ ਆਫ ਇਟਸ ਪ੍ਰਾਈਮ ਫੈਕਟਰਸ ਰਿਪਰੈਜ਼ੈਂਟ ਕਰ ਸਕਦੀ ਹਾਂ। ਤਾਂ ਇਹ ਆਪਸ਼ਨ ਇਜ਼ ਦਾ ਆਨਸਰ। ਐਵਰੀ ਇੰਟੀਜਰ can be expressed as product of its prime factors. Question number 12, ਅਭਾਜ ਸੰਖਿਆਵਾਂ ਇਹਨਾਂ ਨਾਲ ਵੰਡੀਆਂ ਜਾ ਸਕਦੀਆਂ ਨੇ, ਯਾਨੀ ਕਿ ਪ੍ਰਾਈਮ ਨੰਬਰ ਦੇ ਬੇਟਾ ਸਿਰਫ 2 ਹੀ ਫੈਕਟਰਸ ਹੁੰਦੇ ਨੇ, 1 and the number itself, ਇੱਕ ਤੇ ਖੁਦ। ਇਸੇ ਕਰਕੇ 1 ਇੱਕ ਪ੍ਰਾਈਮ ਨੰਬਰ ਨਹੀਂ ਹੈ, ਪ੍ਰਾਈਮ ਨੰਬਰ 2 ਤੋਂ ਸ਼ੁਰੂ ਹੁੰਦਾ ਹੈ। 1 ਇੱਕ ਪ੍ਰਾਈਮ ਨੰਬਰ ਕਿਉਂ ਨਹੀਂ ਹੈ? ਕਿਉਂਕਿ 1 ਦੇ ਅਗਰ ਫੈਕਟਰ ਦੇਖੀਏ ਤਾਂ ਸਿਰਫ 1 ਹੀ ਬਣਿਆ, ਇੱਕੋ ਹੀ ਫੈਕਟਰ ਬਣਿਆ। ਪ੍ਰਾਈਮ ਨੰਬਰ ਦੇ 2 ਫੈਕਟਰ ਹੋਣੇ ਚਾਹੀਦੇ, ਇੱਕ 1 ਔਰ ਇੱਕ ਖੁਦ। ਇੱਥੇ ਜਿਹੜਾ ਖੁਦ ਵਾਲਾ ਚੱਕਰ ਹੈ 1 ਖੁਦ ਹੀ ਹੋ ਗਿਆ ਨਾ, ਤਾਂ ਇੱਕੋ ਹੀ ਫੈਕਟਰ ਰਹਿ ਗਿਆ। ਤਾਂ 1 ਜਿਹੜਾ ਹੈ ਉਹ ਇੱਕ ਪ੍ਰਾਈਮ ਨੰਬਰ ਨਹੀਂ ਹੈ। ਪ੍ਰਾਈਮ ਨੰਬਰ ਸ਼ੁਰੂ ਹੁੰਦਾ 2 ਤੋਂ ਔਰ 2 ਇੱਕ ਇਹੋ ਜਿਹਾ ਪ੍ਰਾਈਮ ਨੰਬਰ ਹੈ ਜੋ ਕਿ ਇੱਕ ਈਵਨ ਨੰਬਰ ਵੀ ਹੈ, ਇਹੋ ਜਿਹਾ ਇਕੱਲਾ ਹੀ ਪ੍ਰਾਈਮ ਨੰਬਰ ਹੈ। ਕੁਐਸਚਨ ਨੰਬਰ 14, ਅਗਰ p ਇੱਕ ਪ੍ਰਾਈਮ ਨੰਬਰ ਹੈ ਤਾਂ √p ਕੀ ਹੋਏਗਾ? ਆਪਾਂ ਹੁਣੇ ਦੇਖਿਆ ਸੀਗਾ, ਇਰਰੈਸ਼ਨਲ ਯਾਨੀ ਕਿ ਅਪਰਿਮੇय। ਕਿਹੜਾ ਜੋੜਾ ਸਹਿ ਅਭਾਜ ਹੈ? ਹੁਣੇ ਡੈਫੀਨੇਸ਼ਨ ਡਿਸਕਸ ਕੀਤੀ ਸੀ। 14 ਔਰ 21 ਦੇ ਵਿੱਚੋਂ ਬੇਟਾ ਕਾਮਨ ਫੈਕਟਰ 7 ਹੈ, 8 ਔਰ 12 ਵਿੱਚੋਂ ਕਾਮਨ ਫੈਕਟਰ 4 ਹੈ, 15 20 ਦਾ ਕਾਮਨ ਫੈਕਟਰ 5 ਹੈ, 9 ਔਰ 10 ਦਾ ਕਾਮਨ ਫੈਕਟਰ ਸਿਰਫ 1 ਹੈ। ਸੋ ਦਿਸ ਇਜ਼ ਸਹਿ ਅਭਾਜ ਕੋ-ਪ੍ਰਾਈਮ। क्वेश्चन नंबर 16, क्वेश्चन नंबर 16 बेटा लिखने में थोड़ी जी वैसे गलती हुई है।
चंद्रमा का व्यास धरती के व्यास का लगभग 1/4 है, यानी कि डायमीटर ऑफ मून इज 1/4 द डायमीटर ऑफ द अर्थ। धरती का आयतन चंद्रमा के आयतन का कितना हिस्सा है, दोनों ने की कंपेयर करने आपां वॉल्यूम। एक्चुअली क्वेश्चन दे विच आना चाहिए सीगा कि जेड़ा मून का वॉल्यूम है वो धरती के आयतन का कितना हिस्सा है, ठीक है, क्योंकि मून का वॉल्यूम जेड़ा वो छोटा होवेगा। आपां मान लांगे अर्थ का डायमीटर कितना डी, तो मून का डायमीटर वो कह रहा है 1/4 है, जिन्ना अपने को अर्थ का डायमीटर व्यास की गल हो रही ना, d/4 हो गया। तो अर्थ का अर्ध व्यास कितना हो गया, व्यास का अद्धा d/2, तो मून का अर्ध व्यास कितना हो गया d/4 का अद्धा करांगे तो d/8। आ चीज आ गई अपने को, ठीक है। हुण आपां कढना है वॉल्यूम, चाहे अर्थ है चाहे मून है, हुण आपां एक स्फीयर कंसीडर करते हैं, गोला कंसीडर करते हैं, तो 4/3 पाई r क्यूब दे वॉल्यूम का फार्मूला लगाते आपां 4/3 पाई d/2 दी घात 3, यानी कि d क्यूब ते नीचे कितना आ जाएगा मेरे को 8, इनू गुणा करांगे तो 4 पाई d क्यूब बटे 24 आ गया मेरे को अर्थ दा वॉल्यूम। हुण मैं मून दा वॉल्यूम पता करना है, तो 4/3 d/8 दा क्यूब कर लांगे, 4/3 d क्यूब आ गया तो नीचे 8 3 बारी गुणा हो गया, ਇਹਦੇ ਵਿੱਚੋਂ मैं ਇਹਦਾ वॉल्यूम कंपेयर कर लेना है, ਤਾਂ ਇਹ ਹੋ ਜਾਏਗਾ 4/3 पाई b क्यूब, ठीक है, एक आप 8 ਇੱਥੇ ਰੱਖ ਲੈਂਦੇ ਆ, ਆ ਇਕੱਠਾ ਕਰ ਲਿਆ और नीचे क्या आ गया 1/64, आ दो अलग कर ले मैं और ਇਹਨੂੰ अलग कर लिया, ठीक है। सो ਇਹ ਜਿਹੜਾ ਕੁਆਂਟੀਟੀ ਹੈਗੀ ਹੈ ਇਹ ਕਿਹਦਾ ਹੈ, वॉल्यूम अर्थ ਦਾ, ਤੇ अर्थ ਦੇ वॉल्यूम ਦਾ 1/64 भाग हैगा है मून ਦਾ वॉल्यूम। क्वेश्चन ਵਿੱਚ एक्चुअली लिखा है कि धरती का आयतन चंद्रमा के आयतन का कितना हिस्सा है। असल में चंद्रमा का आयतन छोटा है तो वो धरती का 1/64 हिस्सा है, धरती का तो वो 64 गुना है, ठीक है। धरती का आयतन चंद्रमा के आयतन का 64 गुना हो। ओके, क्लियर है थानू, कैलकुलेशन थानू समझ लग गई। नेक्स्ट क्वेश्चन चलते हैं आपां। ए भुजा वाले दो कणां नूं जोड़िया जांदा है ਤਾਂ ਇੱਕ ਕਣਾਵ ਬਣਾਇਆ ਜਾਂਦਾ ਹੈ, ਪ੍ਰਾਪਤ ਕਣਾਵ ਦਾ ਆਇਤਨ ਕਿੰਨਾ ਹੋਵੇਗਾ। ਇਸ ਤਰੀਕੇ ਦਾ ਆਪਣੇ ਕੋਲ ਇੱਕ ਕਿਊਬ ਹੈ, ਇਹਦੇ ਨਾਲ ਇੱਕ ਹੋਰ ਕਿਊਬ ਰੱਖਿਆ ਹੋਇਆ ਹੈ। ਅਗਰ ਇਹਦੀ ਭੁਜਾ a ਹੈ, a ਔਰ ਅੱਗੇ a ਜੋੜ ਕੇ ਇੱਕ ਭੁਜਾ ਜਿਹੜੀ ਹੈ ਜਾਂ ਲੈਂਥ ਲਗਾ ਲਓ, ਉਹ ਕਿੰਨੀ ਹੋ ਜਾਏਗੀ ਆਪਣੇ ਕੋਲ 2a, ਬਟ ਹਾਈਟ ਔਰ ਬ੍ਰੈਡਥ ਇਹਦੇ ਵਿੱਚ ਕੋਈ ਫਰਕ ਨਹੀਂ ਪਏਗਾ। ਤਾਂ ਜਿਹੜਾ ਆਪਣੇ ਕੋਲ ਕਣਾਵ ਬਣੇਗਾ ਉਹਦੀ ਲੰਬਾਈ 2a ਹੋ ਜਾਏਗੀ, ਚੌੜਾਈ a ਔਰ ਉਹਦੀ ਉਚਾਈ ਵੀ ਕਿੰਨੀ ਰਹੇਗੀ a। ये वॉल्यूम पता करने नु कर लो गुणा, तो 2a क्यूब आंसर आ गया। सेम a भुजा वाले दो कण जोड़ के कणाव बनाया गया है, प्राप्त कणाव की सतह का क्षेत्रफल पता करो। दो क्यूब नु जोड़िया एक क्यूबॉइड बन गया, उसकी लेंथ ब्रेडथ और हाइट अपन नु दे रखी है। ਆਪਾਂ ਇਥੋਂ ਕੱਢਣਾ ਹੈ ਉਹਦਾ ਟੋਟਲ ਸਰਫੇਸ ਏਰੀਆ, ਉਹਦਾ ਤੁਹਾਨੂੰ ਫਾਰਮੂਲਾ ਪਤਾ ਹੀ ਹੈ LB BH HL, ਉਹਦਾ ਟਵਾਈਸ ਕਰਾਂਗੇ ਤਾਂ ਫਾਰਮੂਲਾ ਕੀ ਆ ਜਾਏਗਾ 2a multiplied by a plus a multiplied by a plus 2a multiplied by a, so 2 times 5a square बन जाएगा, 2 और 2 और एक 1 तो 5 बन गए ना। तो मेरे को आंसर कितना आ गया थे 10a square। ਇੱਥੇ बेटा गलत लिखा है, a क्यूब लिखा है। क्षेत्रफल कदे भी क्यूब च नहीं आ सकता है बच्चे, और हमेशा ही स्क्वायर दे विच ही आएगा, तो 10a square आंसर होना चाहिए। गोले की सतह का क्षेत्रफल ते घनफल का अनुपात की होगा, जेकर व्यास एक इकाई होवे, जेकर अर्ध व्यास अगर रेडियस जो है वो 1 होवे और मेरे को एक ले लेना है मैं स्फीयर, ओदी सतह का क्षेत्रफल यानी कि 4 पाई r स्क्वायर, ओदा इहदे नाल अनुपात लेना है ओदे ही वॉल्यूम दे नाल, सो 4/3 पाई r क्यूब, बट दिस इज 1, ए भी 1 है तो ये कंसीडर नहीं करना आपका। 4 पाई और 4 पाई कैंसिल हो गया, ठीक है, तो 1/1/3 आ गया, ठीक है। तो इथों आप अगर रेशो कढांगे तो क्या 3:1, सो इट इज 3 गुना। जेकर एक सिलेंडर की ऊंचाई ते व्यास ਨੂੰ ਦੁੱਗਣਾ ਕੀਤਾ ਜਾਂਦਾ, सिलेंडर ਦਾ ਨਵਾਂ ਆਇਤਨ ਕੀ ਹੋਵੇਗਾ। सिलेंडर ले लिया, ओके, और ਹੁਣ ਉਹਨੇ ਕੀ ਕਿਹਾ है ऊंचाई यानी कि हाइट दा करते हैं 2h, व्यास नो भी दुगुना करते हैं यानी कि रेडियस भी जो है वो ट्वाइस हो गई, ठीक है। तो नवा आयतन कितना होएगा पाई r स्क्वायर h, तो भी बन जाएगा पाई 2r स्क्वायर मल्टीप्लाइड बाय 2h,
ਤਾਂ 2 टाइम्स आ 2 आ जाएगा मेरे को 4 और इधरों आ जाएगा 2 यानी कि 8 टाइम्स हो जाएगा, 8 गुना हो जाएगा। बराबर रेडियस वाले दो इको ਜਿਹੇ ठोस अर्ध गोले अपने आधारां ਦੇ ਨਾਲ फसे हुए हैं ਤਾਂ ਸੁਮੇਲ ਦਾ ਕੁੱਲ ਸਤਹ ਦਾ ਖੇਤਰਫਲ ਕੀ ਹੋਵੇਗਾ। ਆ ਦੇਖੋ ਆ ਆਪਣੇ ਕੋਲ ਇੱਕ ਬਾਲ ਹੈ ਨਾ, ਆ ਬਾਲ ਦੇ ਵਿੱਚ ਤੁਸੀਂ ਇੱਥੇ ਆ ਲਾਈਨ ਦੇਖ ਰਹੇ ਹੋ ਧਿਆਨ ਦੇ ਨਾਲ, ਇਹ ਉੱਪਰ ਵੀ ਇੱਕ ਹੈਮੀਸਫੀਅਰ ਹੈ, ਨੀਚੇ ਵੀ ਹੈਮੀਸਫੀਅਰ ਹੈ ਔਰ ਇੱਕ ਦੂਸਰੇ ਨਾਲ ਬਿਲਕੁਲ ਸਟੇ ਹੋਏ ਨੇ, ਬਿਲਕੁਲ ਸੈਟ ਨੇ, ਤਾਂ ਇਹ ਕੀ ਬਣ ਜਾਂਦਾ, ਇੱਕ ਸਫੀਅਰ ਬਣ ਜਾਂਦਾ ਹੈ। ਤਾਂ ਇਹਦੀ ਕੁੱਲ ਸਤਹ ਦਾ ਖੇਤਰਫਲ ਕੀ ਹੁੰਦਾ 4 ਪਾਈ r²। क्वेश्चन नंबर 22 शुरू करते बेटा। एक दवाई कैप्सूल 0.25 सेंटीमीटर ਦੇ ਘੇਰੇ ਵਾਲੇ ਇੱਕ ਸਿਲੰਡਰ ਆਕਾਰ ਵਿੱਚ ਹੁੰਦਾ ਹੈ ਜਿਸ ਦੇ ਦੋ ਗੋਲਾਕਾਰ ਇਸ ਦੇ ਹਰੇਕ ਸਿਰੇ ਨਾਲ ਜੁੜੇ ਹੁੰਦੇ ਹਨ। ਪੂਰੇ ਕੈਪਸੂਲ ਦੀ ਲੰਬਾਈ 2 ਸੈਂਟੀਮੀਟਰ ਹੈ। ਕੈਪਸੂਲ ਦੀ ਕੁੱਲ ਸਤਹ ਖੇਤਰਫਲ ਕਿੰਨਾ ਹੈ। ਪਹਿਲੀ ਗੱਲ ਤਾਂ ਬੇਟਾ ਇਹ ਘੇਰਾ ਨਹੀਂ ਹੈ, ਤੁਸੀਂ ਇਹਨੂੰ ਰੇਡੀਅਸ ਲੈਣਾ, ਇਹ ਗਲਤ ਲਿਖਿਆ ਹੈ, ਇਹ ਅਰਧ ਵਿਆਸ ਹੈ ਔਰ ਇੱਥੇ ਪਾਈ ਦੀ ਜਿਹੜੀ ਵੈਲਿਊ ਹੈ 3.14 ਲੈਣੀ ਹੈ। क्वेश्चन दे रखा है एक अपने को कैप्सूल है जो कि सिलेंडर शेप का है और दोनों एंड्स के ऊपर हेमीस्फीयर्स ने और रेडियस जो है 0.25 है। सिलेंडर कैप्सूल की ਜਿਹੜੀ पूरी लंबाई है वो 2 सेंटीमीटर है, रेडियस 0.25 सेंटीमीटर है और लेंथ जो है वो 2 सेंटीमीटर है। आ देखो पूरी दी पूरी लंबाई 2 सेंटीमीटर है और आ भी ਜਿਹੜਾ 0.25 है। ਤਾਂ ਜੇ ਆਪਾਂ ਸਿਲੰਡਰ ਦੀ ਹਾਈਟ ਦੀ ਗੱਲ ਕਰੀਏ ਬੇਟੇ, ਆ ਜਿਹੜਾ ਮੇਰੇ ਕੋਲ ਹਾਈਟ ਹੈ ਇਹ ਪੂਰੀ ਦੀ ਪੂਰੀ ਲੰਬਾਈ ਦੇ ਵਿੱਚੋਂ 0.25 ਯਾਨੀ ਕਿ 0.5 ਦੋ ਵਿੱਚੋਂ 0.5 ਨੂੰ ਆਪਾਂ ਮਾਈਨਸ ਕਰਾਂਗੇ 1.5 ਸੈਂਟੀਮੀਟਰ ਮੇਰੇ ਕੋਲ ਸਿਲੰਡਰ ਦੀ ਉਚਾਈ ਆ ਜਾਏ। ਠੀਕ ਹੈ, ਹੁਣ ਕੁਐਸਚਨ ਹੈ ਕਿ ਪੂਰਾ ਦਾ ਪੂਰਾ ਜਿਹੜਾ ਕੈਪਸੂਲ ਹੈ ਉਹਦਾ ਮੈਂ ਸਰਫੇਸ ਏਰੀਆ ਯਾਨੀ ਕਿ ਕੁੱਲ ਸਤਹ ਦਾ ਖੇਤਰਫਲ ਪਤਾ ਕਰਨਾ ਹੈ ਜੋ ਕਿ ਸਿਲੰਡਰ ਦੀ टेढ़ी सतह का क्षेत्रफल होएगा और ऊपर जो कैप्सूल है ओदी सतह और नीचे के कैप्सूल है ओदी सतह, ये दोनों जड़ियां ऊपर और नीचे हेमीस्फीयर्स है ਜਦੋਂ ਜੁੜਨਗੇ ਤਾਂ ਅਸਲ ਵਿੱਚ ਕੀ ਬਣ ਜਾਏਗਾ, ਇੱਕ ਸਫੀਅਰ ਹੀ ਬਣ ਜਾਏਗਾ। ਸੋ 2πr² ਨੂੰ ਜੋੜ ਕੇ 4πr² ਹੀ ਬਣ ਜਾਣਾ ਹੈ। ਆਪਾਂ ਸਾਰੇ ਮੁੱਲ ਇਹਦੇ ਵਿੱਚ ਭਰ ਦੇਣੇ ਬੇਟਾ। ਕੁਐਸਚਨ ਤੁਹਾਨੂੰ ਫਿਗਰ ਸਮਝ ਆ ਗਈ ਫਿਰ ਤਾਂ ਮੁੱਲ ਭਰ ਕੇ ਆਪਾਂ ਵੈਲਿਊ ਫਾਈਂਡ ਆਊਟ ਹੀ ਕਰਨੀ ਹੈ। ਤਾਂ 3.14 सेंटीमीटर स्क्वायर आंसर आ जाएगा। That means अपने कोल डी ऑप्शन सही है, ਇੱਥੇ सेंटीमीटर स्क्वायर लगाना है। नेक्स्ट क्वेश्चन चलते हैं। दो सिलेंडਰਾਂ ਦਾ ਅਰਧ ਵਿਆਸ 5:7 ਦੇ ਅਨੁਪਾਤ ਵਿੱਚ ਹੈ, ਉਹਨਾਂ ਦੀ ਉਚਾਈ 3:5 ਦੇ ਅਨੁਪਾਤ ਵਿੱਚ ਹੈ, ਉਹਨਾਂ ਦੀ ਵਕਰ ਸਤਹ ਦਾ ਖੇਤਰਫਲ ਦਾ ਅਨੁਪਾਤ ਕੀ ਹੋਏਗਾ। There are two cylinders, their radius are in the ratio 5:7 and their heights are in the ratio 3:5. What will be the ratio of their curved surface areas? ਤਾਂ ਸਿਰਫ ਸਿੰਪਲੀ ਆਪਾਂ ਵੈਲਿਊ ਪੁੱਟ ਕਰਨੀ ਹੈ। ਜਦੋਂ ਵੀ ਆਪਾਂ ਨੂੰ ਬੇਟਾ ਇਹ ਰੇਸ਼ੀਓਜ਼ ਦੇ ਰੱਖੀਆਂ ਹੁੰਦੀਆਂ ਨੇ ਤਾਂ ਹਮੇਸ਼ਾ ਨਾਲ x ਜਾਂ ਕੋਈ ਅਨਨੋਨ ਨੰਬਰ ਆਪਾਂ ਲਗਾ ਲੈਂਦੇ ਹਾਂ। ਤੇ ਦੋਨੋਂ ਸਿਲੰਡਰਸ ਦਾ ਆਪਾਂ ਜੇ ਰੇਡੀਅਸ ਲੈ ਲਈ, ਇੱਕ ਦਾ 5r ਹੋ ਜਾਏਗਾ ਔਰ ਦੂਸਰੇ ਦਾ 7r ਹੋ ਜਾਏਗਾ ਔਰ ਹਾਈਟਸ ਦੀ ਗੱਲ ਕਰੀਏ ਤਾਂ 3h and 5h। ਠੀਕ ਹੈ, ਤਾਂ 2πrh ਜੋ ਹੈ ਉਹ ਫਾਰਮੂਲਾ ਹੁੰਦਾ ਹੈ ਫॉर द कर्व सरफेस एरिया। ਤਾਂ ਦੋਨੋਂ ਵਿੱਚ ਆਪਾਂ ਸਿਲੰਡਰਸ ਦੇ ਵੈਲਿਊ ਫਾਈਂਡ ਕਰ ਲੈਂਦੇ ਹਾਂ। 2π5r गुना h ये वाला है और इधरों 2πr है 7r और h हैगा 5h। 2π r h कैंसिल हो गया, 5 ते 5 भी कैंसिल हो गए, 3:7 आंसर आ जाएगा। ता ए ऑप्शन इज द राइट ऑप्शन। 24वां क्वेश्चन है 22 सेंटीमीटर ਦੇ ਕਿਨਾਰੇ ਵਾਲੇ ਕਣ ਆਈਸਕ੍ਰੀਮ ਕੁਝ ਬੱਚਿਆਂ ਵਿੱਚ ਵੰਡੀ ਜਾਣੀ ਹੈ। 2 सेंटीमीटर ਦੇ ਘੇਰੇ, ਇੱਥੇ ਵੀ ਅਗੇਨ ਬੇਟਾ ਰੇਡੀਅਸ ਹੀ ਆਏਗਾ, ਘੇਰਾ ਨਹੀਂ ਹੈ, ਅਰਧ ਵਿਆਸ ਹੈ ਔਰ 7 सेंटीमीटर ਦੀ ਉਚਾਈ ਵਾਲੇ ਆਈਸਕ੍ਰੀਮ ਕੋਨ ਨੂੰ ਇਸ ਦੇ ਕੰਢੇ ਤੱਕ ਭਰ ਕੇ ਕਿੰਨੇ ਬੱਚਿਆਂ ਨੂੰ ਆਈਸਕ੍ਰੀਮ ਕੋਨ ਮਿਲਣਗੇ। ਫਿਗਰ ਦੇ ਨਾਲ ਆਪਾਂ ਕੁਐਸਚਨ ਤੁਹਾਨੂੰ ਜ਼ਿਆਦਾ ਐਕਸਪਲੇਨ ਹੋਏਗਾ। ਤਾਂ ਆਪਾਂ ਸੈਕੰਡ ਕੁਐਸਚਨ ਵੱਲ ਚੱਲਦੇ ਹਾਂ ਜਿਹੜਾ ਕਰ ਰਹੇ ਹਾਂ। ਆਪਣੇ ਕੋਲ ਇੱਕ ਆਈਸਕ੍ਰੀਮ ਦੀ ਬ੍ਰਿਕ ਹੈ, ਠੀਕ ਹੈ, ਆ ਬ੍ਰਿਕ ਹੈ ਲੇਕਿਨ ਇਹਦੀ ਸ਼ੇਪ ਕੀ ਹੈ, ਜਨਰਲੀ ਵੈਸੇ ਕਿਊਬॉइड ਹੁੰਦੀ ਹੈ ਪਰ ਇੱਥੇ ਦੇ ਰੱਖੀ ਹੈ ਕਿਊਬ ਦੀ ਸ਼ੇਪ। ठीक, और यदि एक ਜਿਹੜੀ ਸਾਈਡ ਹੈ ਉਹ 22 ਸੈਂਟੀਮੀਟਰ ਦੀ ਹੈ। ਓਕੇ, ਸੋ ਇਸ ਕਿਊਬ ਨੂੰ ਮੈਂ ਆਈਸਕ੍ਰੀਮ ਕੋਨਸ ਦੇ ਵਿੱਚ ਸਮਝੋ ਕਨਵਰਟ ਕਰਨਾ ਹੈ, ਆਈਸਕ੍ਰੀਮ ਕੋਨਸ ਨੂੰ ਫਿਲ ਕਰਨਾ ਇਸ ਕਿਊਬ ਤੋਂ। ਤਾਂ ਇੱਕ ਆਈਸਕ੍ਰੀਮ ਕੋਨ ਤਾਂ ਬਣੇਗਾ ਨਹੀਂ, ਠੀਕ, ਬਣਨਗੇ ਜ਼ਿਆਦਾ। ਉਹ ਕਹਿੰਦਾ ਕਿੰਨੇ ਆਈਸਕ੍ਰੀਮ ਕੋਨਸ ਬਣਨਗੇ। ਇਹਦਾ ਮਤਲਬ ਜੋ ਇਹਦਾ ਵੋਲਿਊਮ ਹੈ ਔਰ ਇਹਦਾ ਵੋਲਿਊਮ ਉਹਨਾਂ ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ ਤਾਂ ਮੇਰੇ ਕੋਲ ਨੰਬਰ ਆਫ ਆਈਸਕ੍ਰੀਮ ਕੋਨਸ ਆ ਜਾਣਗੇ। ਕਲੀਅਰ ਹੈ। ਹੁਣ ਆਪਣੇ ਕੋਲ ਇੱਥੇ 22 ਦੀ ਸਾਈਡ ਤੇ ਰੱਖੀ ਹੈ, ਸੋ ਬ੍ਰਿਕ ਦਾ ਜਿਹੜਾ ਆਇਤਨ ਹੈ ਉਹ ਮੇਰੇ ਕੋਲ ਆ ਜਾਏਗਾ 22 ਸੈਂਟੀਮੀਟਰ ਕਿਊਬ। ਗੁਣਾ ਦੇ ਵਿੱਚ ਪਾ ਲਿਆ। ਸ਼ੰਕੂ ਜਿਹੜਾ ਆਈਸਕ੍ਰੀਮ ਕੋਨ ਹੈ ਉਹਦਾ ਆਇਤਨ 1/3 πr² ਹੁੰਦਾ ਹੈ।
वैल्यू पुट करती, हाइट पता ਆਪਾਂ ਨੂੰ 7 ਦੇ ਰੱਖੀ ਸੀਗੀ, ਆ ਹਾਈਟ 7 ਦੇ ਰੱਖੀ ਸੀ, ਰੇਡੀਅਸ ਦੇ ਰੱਖੀ ਸੀਗੀ 2, ਇਹ ਆ ਗਿਆ 88.3 सेंटीमीटर क्यूब। ਹੁਣ ਦੋਨਾਂ ਨੂੰ ਆਪਾਂ ਡਿਵਾਈਡ ਕਰਨਾ ਹੈ, दैट विल बी नंबर ऑफ कोन्स। डिवाइड क्यों कर रहे हैं बेटा, सिंपल जी गल है, क्यूब ਦਾ ਜਿਹੜਾ ਪੂਰਾ ਵੋਲਿਊਮ ਹੈ ਉਹ ਕੋਨ ਦੇ ਵੋਲਿਊਮ ਨੂੰ ਆਪਾਂ ਉਹਨੇ ਹੀ ਕੋਨਸ ਦੇ ਨਾਲ ਗੁਣਾ ਕਰਾਂਗੇ, ਠੀਕ ਹੈ। ਨੰਬਰ ਆਫ ਕੋਨਸ ਗੁਣਾ ਇੱਕ ਕੋਨ ਦਾ ਵੋਲਿਊਮ, ਤਾਂ ਕੁੱਲ ਕੋਨ ਦੀ ਸੰਖਿਆ ਕੀ ਆ ਗਈ, ਦੋਨੋਂ ਵੋਲਿਊਮਸ ਨੂੰ ਆਪਾਂ करते हैं डिवाइड, 3 ਵਾਰੀ 22 ਗੁਣਾ ਦੇ ਵਿੱਚ ਹੈ, ਔਰ ਆ ਜਿਹੜਾ 3 ਹੈ ਇਹ ਉੱਪਰ ਚਲੇ ਜਾਏਗਾ ਤਾਂ 3/88। ਹੁਣ ਇਹਨੂੰ ਆਪਾਂ ਸੋਲਵ ਕਰੀਏ, ਦੇਖੀਏ 22 1 22 4 2 2 4, ਇੱਥੇ ਵੀ 11 ਆ ਗਿਆ, 2 1 2, ਇੱਥੇ ਵੀ 11 ਆ ਗਿਆ, 11 में 11 ਨਾਲ ਮਲਟੀਪਲਾਈ ਕੀਤਾ 121 ਮਲਟੀਪਲਾਈ ਬਾਈ 3 363, ਯਾਨੀ ਕਿ 363 ਕੋਨਸ ਬਣ ਗਿਆ, 363 ਸਟੂਡੈਂਟਸ ਨੂੰ ਇਹ ਆਈਸਕ੍ਰੀਮਸ ਡਿਸਟ੍ਰੀਬਿਊਟ ਕੀਤੀ ਜਾ ਸਕਦੀਆਂ ਹਨ। ਲੈਟ ਅਸ ਸੀ ਵਿਚ ਆਪਸ਼ਨ ਇਜ਼ ਰਾਈਟ। ਤਾਂ ਆਪਾਂ ਦੇਖ ਰਹੇ ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ। क्वेश्चन नंबर 25, एक ठोस गोलाकार यानी कि एक सॉलिड स्फीयर है, उस दे ऊपर एक शंकु रखा होया है, ठीक है। आ स्फीयर हो गया और ਉਹਦੇ ਉੱਪਰ ਇੱਕ ਰੱਖਿਆ ਹੋਇਆ ਹੈ ਆਪਣੇ ਕੋਲ ਸ਼ੰਕੂ। ਜੇਕਰ ਦੋ ਹਿੱਸਿਆਂ ਦੀ ਸਭ ਦਾ ਖੇਤਰਫਲ ਬਰਾਬਰ ਹੋਵੇ, ਆ ਜਿਹੜਾ ਸ਼ੰਕੂ ਹੈ ਇਹਦਾ ਖੇਤਰਫਲ ਔਰ स्फीयर ਦਾ ਖੇਤਰਫਲ ਬਰਾਬਰ ਹੈ, ਤਾਂ ਇਸ ਦੇ ਸ਼ੰਕੂਕਾਰ ਹਿੱਸੇ ਦੇ ਅਰਧ ਦੀ ਉਚਾਈ ਦਾ ਅਨੁਪਾਤ ਪਤਾ ਕਰੋ। ਜਿਹੜਾ ਆਪਣੇ ਕੋਲ ਬੇਟਾ ਕੋਨ ਹੈ ਉਹਦਾ ਅਰਧ ਵਿਆਸ ਔਰ ਉਹਦੀ ਹਾਈਟ ਦਾ ਆਪਸ ਦੇ ਵਿੱਚ ਆਪਾਂ ਪਤਾ ਕਰਨਾ ਹੈ ਰੇਸ਼ੋ। ਆਪਣੇ ਕੋਲ ਇੱਕ ਕੋਨ ਦੇ ਰੱਖਿਆ ਹੈ ਔਰ ਕੋਨ ਦੇ ਨੀਚੇ ਹੀ ਇੱਕ ਹੈਮੀਸਫੀਅਰ ਬਣਿਆ ਹੋਇਆ ਹੈ, ਠੀਕ ਹੈ। ਅਗਰ ਆਪਾਂ ਇੱਥੇ ਹੈਮੀਸਫੀਅਰ ਬਣਾਉਣ ਦੀ ਕੋਸ਼ਿਸ਼ ਕਰੀਏ, ਆ ਇਹਦੇ ਵਿੱਚ ਬਣਿਆ ਹੋਇਆ ਹੈ, ਠੀਕ ਹੈ। ਇਹਨਾਂ ਤੇ ਦਿਖਾਈਏ, ਇਹ ਪੂਰਾ ਦਾ ਪੂਰਾ ਬਣਿਆ ਹੋਇਆ ਬੇਟੇ, ਇਹ ਪੂਰਾ ਇਸ ਤਰੀਕੇ ਨਾਲ ਕਵਰਡ ਹੈ, ਸਮਝ ਰਹੇ ਹੋ ਗੱਲ, ਇਹ ਇਸ ਤਰੀਕੇ, ਠੀਕ ਹੈ ਨਾ। ਆ ਨੀਚੇ ਆ ਗਿਆ ਨਾ ਹੈਮੀਸਫੀਅਰ, ਠੀਕ ਹੈ। ਆ ਫਿਗਰ ਆਪਣੀ ਇਸ ਤਰੀਕੇ ਨਾਲ ਬਣੀ ਹੋਈ ਹੈ, ਇਹਨੂੰ ਆਪਾਂ ਇੱਥੇ ਸਮਝੋ, ਠੀਕ ਹੈ। ਹੁਣ ਇਹ ਜਿਹੜਾ ਨੀਚੇ ਹੈਮੀਸਫੀਅਰ ਹੈ ਉਹਦਾ ਕਰਵਡ ਸਰਫੇਸ ਏਰੀਆ ਔਰ ਜਿਹੜਾ ਆਪਣੇ ਕੋਲੇ ਸ਼ੰਕੂ ਹੈ ਇਹਦਾ ਕਰਵਡ ਸਰਫੇਸ ਏਰੀਆ, ਇਹ ਦੋਨੋਂ ਕਹਿ ਰਿਹਾ ਬਰਾਬਰ ਨੇ। ਅਗਰ ਇਹ ਕੰਡੀਸ਼ਨ ਹੈਗੀ ਹੈ ਤਾਂ ਜਿਹੜਾ ਸ਼ੰਕੂ ਦੀ ਹਾਈਟ ਹੈ ਔਰ ਸ਼ੰਕੂ ਦੀ ਰੇਡੀਅਸ ਹੈ, ਠੀਕ, ਉਹ ਦੋਨਾਂ ਦਾ ਅਨੁਪਾਤ ਪਤਾ ਕਰਨਾ। ਤਾਂ ਕੁਐਸਚਨ ਦੇਖਣ ਨੂੰ ਲੱਗਦਾ ਥੋੜਾ ਪੇਚੀਦਾ ਹੈ, ਬਟ ਆਪਾਂ ਫਾਰਮੂਲੇ ਦੇ ਹਿਸਾਬ ਨਾਲ ਚੱਲੀਏ। ਪਹਿਲੀ ਗੱਲ ਤਾਂ r ਅਰਧ ਵਿਆਸ ਮੰਨ ਲਿਆ ਤੇ h ਆਪਾਂ ਮੰਨ ਲਈ ਹਾਈਟ, ਠੀਕ। ਤਾਂ l ਦਾ ਤੁਹਾਨੂੰ ਫਾਰਮੂਲਾ ਪਤਾ ਹੀ ਹੈ, ਸਲਾਂਟ ਹਾਈਟ ਦਾ ਬੇਟਾ h² + r² ਅੰਡਰ ਦੀ ਰੂਟ ਹੁੰਦਾ ਹੈ। ਇੱਥੇ ਪਾਈਥਾਗੋਰਸ ਥਿਊਰਮ ਜਿਹੜੀ ਹੈ ਉਹ ਆਪਣੀ ਅਪਲਾਈ ਹੋ ਜਾਂਦੀ ਹੈ। ਤਾਂ ਸਰਫੇਸ ਏਰੀਆ ਆਫ ਹੈਮੀਸਫੀਅਰ ਲਿਖ ਲੈਂਦੇ ਹਾਂ 2πr²। ਕੋਨ ਦਾ ਕੋਨ ਸਰਫੇਸ ਏਰੀਆ ਕਿੰਨਾ ਹੁੰਦਾ ਹੈ πrn। ਹੁਣ l ਦੀ ਥਾਂ ਤੇ ਆਪਾਂ ਕੀ ਪੁੱਟ ਕਰਨਾ r² + h²। ਹੁਣ ਇਹ ਕਹਿ ਰਿਹਾ ਕਿ ਇਹ ਦੋਨੋਂ ਚੀਜ਼ਾਂ ਕੀ ਨੇ ਬਰਾਬਰ, ਆਪਾਂ ਬਰਾਬਰ ਵਿੱਚ ਪੁੱਟ ਕਰ ਲਿਆ ਤਾਂ r ਕੈਨਸਲ ਹੋ ਗਿਆ ਕਿਉਂਕਿ ਸੇਮ ਸੀਗੇ। ਆ ਦੋਨੋਂ r ਜਿਹੜੇ ਹੈ ਉਹ ਆ ਵਾਲਾ r ਔਰ ਆ ਵਾਲਾ r ਕੀ ਹੈ ਸੇਮ ਹੈ। r ਕੈਨਸਲ ਹੋ ਗਿਆ, ਪਾਈ ਕੈਨਸਲ, 2r ਰਹਿ ਗਿਆ ਔਰ ਇਧਰੋਂ r² + h²। ਮੈਂ ਇਹਨੂੰ ਰੂਟ ਨੂੰ ਰਿਮੂਵ ਕਰਨ ਦੇ ਲਈ ਦੋਨੋਂ ਪਾਸੇ ਕੀ ਕਰ ਲਿਆ ਹੈਗਾ ਹੈ ਸਕੁਐਰਿੰਗ ਬੋਥ ਸਾਈਡਸ, ਠੀਕ ਹੈ। ਤਾਂ 2r² ਆ ਗਿਆ, ਇਧਰੋਂ ਮੇਰਾ ਰੂਟ ਜਿਹੜਾ ਰਿਮੂਵ ਹੋ ਗਿਆ ਤਾਂ 4r² बराबर r² + h² ਸੀਗਾ। r² ਨੂੰ ਕਰਤੇ ਮਾਈਨਸ ਤਾਂ 3r² ਬਰਾबर h² ਆ ਗਿਆ। ਇੱਥੋਂ r ਔਰ h ਦੀ ਆਪਾਂ ਰੇਸ਼ੋ ਲੈ ਲਾਂਗੇ ਕਿਵੇਂ, ਦੋਨੋਂ ਪਾਸੇ ਲੈ ਲਓ ਅੰਡਰ ਰੂਟ, ਤਾਂ √3 ਆ ਗਿਆ, ਇਧਰੋਂ r ਸਕੁਆਇਰਸ ਕੈਨਸਲ ਹੋ ਜਾਣਗੇ ਤਾਂ √3r ਬਰਾबर ਆ ਗਿਆ h। ਹੁਣ r ਰੇਸ਼ੋ h ਜਿਹੜਾ ਹੈ r/h ਦੀ ਵੈਲਿਊ ਕਿੰਨੀ ਹੋ ਜਾਏਗੀ ਮੇਰੇ ਕੋਲ 1/√3 ਜਾਂ 1/√3 ਆ ਗਿਆ ਆਨਸਰ। रेडियस और हाइट, अर्ध व्यास ਤੇ ਉਚਾਈ r/h 1/√3, बी ऑप्शन इज द राइट ऑप्शन, ठीक है। नेक्स्ट क्वेश्चन चलते हैं। आ बेटा ਜਿਹੜੇ नेक्स्ट क्वेश्चन है ਇਹਦਾ ਮੈਂ ਤੁਹਾਨੂੰ ਬੇਸ ਵੀ ਜਿਹੜਾ ਹੈ ਪਹਿਲਾਂ ਵੀ ਜਿਹੜਾ ਪਿਛਲਾ ਆਪਣਾ ਲੈਕਚਰ ਸੀਗਾ ਉਹਦੀ ਜਿਹੜੀ ਇੰਟਰੋਡਕਸ਼ਨ ਸੀਗੀ ਉਹਨੂੰ ਤੁਸੀਂ ਧਿਆਨ ਨਾਲ ਸੁਣ ਲੈਣਾ ਹੈ, ਦੁਬਾਰਾ ਰਿਵਾਈਜ਼ ਕਰ ਲੈਣਾ। ਅਗਰ ਤੁਸੀਂ ਲੈਕਚਰ ਅੱਜ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਤੁਸੀਂ ਵਰਕਸ਼ੀਟ 3 ਦਾ ਲੈਕਚਰ ਜ਼ਰੂਰ ਸੁਣੋ ਔਰ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਨਸੈਪਟਸ ਜਿਹੜੇ ਆ ਉਹ ਕਲੀਅਰ ਹੋਣਗੇ। ਆਹ ਵਰਕਸ਼ੀਟ ਤੁਹਾਡੇ ਉਨੀ ਸੌਖੀ ਹੋ ਜਾਏਗੀ, ठीक है। ਹੁਣ ਆ ਗਿਆ ਆਪਣੇ ਕੋਲ ਕੁਐਸਚਨ 26 ਕਹਿੰਦਾ ਅਰਧ ਵਿਆਸ r1 r2 ਵਾਲੇ ਦੋ ਚੱਕਰਾਂ ਦਾ, ਦੋ ਸਰਕਲਸ ਦਾ ਖੇਤਰਫਲ ਜੋੜ ਅਰਧ ਵਿਆਸ r ਦੇ ਚੱਕਰ ਦੇ ਖੇਤਰਫਲ ਦੇ ਬਰਾਬਰ ਹੈ। ਮੇਰੇ ਕੋਲ ਦੋ ਸਰਕਲਸ ਨੇ ਔਰ ਦੋਨੋਂ ਸਰਕਲਸ ਦਾ ਏਰੀਆ ਉਹਨਾਂ ਨੂੰ ਜੋੜ ਦਿਆ ਔਰ ਉਹ ਤੀਸਰੇ ਸਰਕਲ ਦੇ ਖੇਤਰਫਲ ਦੇ ਏਰੀਆ ਦੇ ਬਰਾਬਰ ਹੈ। ਸੋ व्हाट इज ट्रू, r1² + r2² r² ਦੇ ਬਰਾਬਰ ਹੈ
बी ऑप्शन इज द राइट ऑप्शन। सीधा ही बेटा कई बार ना ਹੁੰਦਾ ਆਪਾਂ ਨੂੰ वर्डिंग समझ नहीं आ रही ਹੁੰਦੀ हैगी बट ਉਹਦੇ शाब्दिक अर्थ ਜਿਹੜਾ ਹੈ ਉਹ ਸਮਝ ਕੇ ਤੁਸੀਂ ਉਸ ਤਰੀਕੇ ਨਾਲ ਲਿਖੀ ਚਲੋ ਆਨਸਰ ਨਿਕਲਿਆ ਆਉਂਦਾ। ਦੋ ਕਿਊਬ ਜਿਨ੍ਹਾਂ ਦੇ ਕਿਨਾਰੇ a ਸੈਂਟੀਮੀਟਰ ਦੇ ਸੁਮੇਲ ਤੋਂ ਬਣੇ ਠੋਸ ਨੂੰ ਹੁਣੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਜਦੋਂ ਆਪਾਂ ਦੋ ਕਿਊਬਸ ਨੂੰ ਜੁਆਇਨ ਕਰਦੇ ਹਾਂ ਤਾਂ ਵਾਟ ਇਜ਼ ਦਾ ਰਿਜ਼ਲਟ ਅ ਕਿਊਬੋਇਡ ਯਾਨੀ ਕਿ ਆਪਣੇ ਕੋਲ ਇੱਕ ਘਨਾਵ ਬਣ ਜਾਂਦਾ ਹੈ। ਇੱਕ ਆਈਸਕ੍ਰੀਮ ਕੋਨ ਦੀ ਸ਼ਕਲ ਕਿਹਨਾਂ ਦਾ ਸੁਮੇਲ ਹੁੰਦੀ ਹੈ ਹੁਣੇ ਮੈਂ ਤੁਹਾਨੂੰ ਫਿਗਰ ਡਰਾ ਕਰਕੇ ਵੀ ਦੱਸੀ ਹੈ। ਇੱਕ ਅਰਧਗੋਲਾ ਹੁੰਦਾ ਔਰ ਇੱਕ ਸ਼ੰਕੂ। ਜੇਕਰ ਅਸੀਂ ਇੱਕੋ ਅਰਧ ਵਿਆਸ ਵਾਲੇ ਦੋ ਅਰਧਗੋਲਿਆਂ ਨੂੰ ਜੋੜ ਦਈਏ ਉਹਨਾਂ ਦੇ ਆਧਾਰਾਂ ਆ ਦੇਖੋ ਇੱਕੋ ਅਰਧ ਵਿਆਸ ਆਮ ਤੁਹਾਨੂੰ ਅਰਧਗੋਲਾ ਨਜ਼ਰ ਆ ਰਿਹਾ ਨਾ ਉੱਪਰ ਆ ਨੀਚੇ ਵੀ ਅਰਧਗੋਲਾ ਹੀ ਸੀਗਾ ਇਹਨਾਂ ਨੂੰ ਜੋੜਦੇ ਤਾਂ ਕੀ ਬਣ ਜਾਂਦਾ ਹੈ ਗੋਲਾ ਬਣ ਜਾਂਦਾ ਹੈ। ਸੋ ਇੱਕ ਗੋਲੇ ਦਾ ਮੇਕਿੰਗ ਹੋ ਜਾਂਦੀ ਹੈ ਸਫੀਅਰ ਦੀ ਮੇਕਿੰਗ ਹੋ ਜਾਂਦੀ ਹੈ। ਹੁਣ ਆਗੇ ਬੇਟਾ ਸਿਮਿਲੈਰਿਟੀ ਦੇ ਕੁਐਸਚਨਸ ਇਹ ਵਰਕਸ਼ੀਟ 2 ਦੇ ਵਿੱਚ ਵੀ ਸੀਗੇ ਔਰ ਸਿਮਿਲਰ ਟ੍ਰਾਇੰਗਲਸ ਦਾ ਮਤਲਬ ਹੁੰਦਾ ਉਹਨਾਂ ਦਾ ਆਕਾਰ ਸੇਮ ਹੈ ਮਾਪ ਸੇਮ ਹੋਵੇ ਨਾ ਹੋਵੇ ਠੀਕ ਹੈ। ਜਿਹੜੇ ਕੌਂਗਰੂਐਂਟ ਹੁੰਦੇ ਨੇ ਟ੍ਰਾਇੰਗਲਸ ਬੇਟਾ ਉਹ ਆਕਾਰ ਵੀ ਸੇਮ ਹੁੰਦਾ ਹੈ ਯਾਨੀ ਕਿ ਉਹਨਾਂ ਦਾ ਸ਼ੇਪ ਵੀ ਸੇਮ ਹੁੰਦੀ ਹੈ ਔਰ ਉਹਨਾਂ ਦੀ ਮੈਜ਼ਰਮੈਂਟ ਮਾਪ ਵੀ ਸੇਮ ਹੁੰਦੀ ਯਾਨੀ ਕਿ ਤਿੰਨੋਂ ਕੋਣ ਬਰਾਬਰ ਹੋਣਗੇ ਤਿੰਨੋਂ ਹੀ ਭੁਜਾਵਾਂ ਬਰਾਬਰ ਹੋਣਗੀਆਂ ਅਗਰ ਦੋ ਟ੍ਰਾਇੰਗਲਸ ਕੌਂਗਰੂਐਂਟ ਨੇ। ਅਗਰ ਦੋ ਟ੍ਰਾਇੰਗਲਸ ਸਿਮਿਲਰ ਨੇ ਤਾਂ ਉਹਨਾਂ ਦੀ ਸ਼ੇਪ ਸੇਮ ਹੈ। ओके जी जेकर ABC सिमिलर है PQR दे AM PN दोनों ट्रायंगल्स दी ऊंचाइयां हन ता रेशियो ऑफ द साइड्स आर किदे बराबर है 4/9 दे रखी है AB² PQ² दी रेशियो ता AM PN दी रेशियो दसी हुई है। पहली गल ता बेटा जब दो ट्रायंगल सिमिलर ने ता साइड्स दी रेशियो की होएगी सेम होएगी। क्वेश्चन 31 दिते चित्र विच BE BC दे पैरेलल है AE दा माप A दे रखा है और EC ਦਾ ਮਾਪ B ਦੇ ਰੱਖਿਆ ਹੈ DE X ਦੇ ਬਰਾਬਰ ਹੈ और BC Y ਦੇ ਬਰਾਬਰ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਸੱਚ ਹੈ। ਪਹਿਲੀ ਗੱਲ ਤਾਂ ਬੇਟਾ ਇੱਥੇ ਆਪਾਂ ਕਿਹੜੀ ਥਿਓਰਮ ਯੂਜ਼ ਕਰਾਂਗੇ ਥੇਲਸ ਥਿਓਰਮ ਯੂਜ਼ ਕਰਾਂਗੇ। ਉਹਦੇ ਅਨੁਸਾਰ ਆਪਣੇ ਕੋਲ AE ਅਪਨ ਪੂਰੀ ਦੀ ਪੂਰੀ ਭੁਜਾ AC ਬਰਾਬਰ ਹੋਏਗੀ BE ਬਟੇ BC। ਬਸ ਇਹਦੇ ਵਿੱਚ ਹੁਣ ਆਪਾਂ ਮੁੱਲ ਭਰ ਲਈਏ AE ਦਾ ਮੁੱਲ A ਦੇ ਰੱਖਿਆ ਹੈ और AC ਦਾ ਮੁੱਲ A plus B ਦੇ ਬਰਾਬਰ ਹੈ। ਪਿਛਲੀ ਅਸਾਈਨਮੈਂਟ ਵਿੱਚ ਬੇਟਾ ਸੇਮ ਕੁਐਸਚਨ ਸੀ ਔਰ ਉਹ ਹੋ ਗਿਆ x upon y। ਹੁਣ ਇੱਥੋਂ ਦੇਖੋ ਆਪਾਂ ਨੂੰ ਕਿਹੜੀ ਲੋੜ ਦੀ ਚੀਜ਼ ਹੈਗੀ ਹੈ x ਬਰਾਬਰ ਮੁੱਲ ਪਤਾ ਕਰ ਸਕਦੇ ਹਾਂ x ਬਰਾਬਰ A ਗੁਣਾ y upon A plus B यानी कि C ऑप्शन इज द राइट आंसर। क्वेश्चन 32 ਵੱਲ ਚੱਲਦੇ ਹਾਂ ADB और AEC ABC ਦੇ ਵਿੱਚ ਇਹ ਦੋ ਬਿੰਦੂ DE ਬਣੇ ਹੋਏ ਨੇ ਔਰ DE ਜਿਹੜਾ ਹੈ ਉਹ BC ਦੇ ਪੈਰਲਲ ਰੇਖਾ ਹੈ। ਇੱਥੇ ਮਾਪ ਦੇ ਰੱਖਿਆ AD ਬਟੇ DB 3/2 ਦਾ ਮੁੱਲ ਦੇ ਰੱਖਿਆ ਹੈ ਔਰ AE 2.7 ਸੈਂਟੀਮੀਟਰ ਹੈ। EC ਦਾ ਮੁੱਲ ਪਤਾ ਕਰਨਾ ਚਾਹੁੰਦੇ ਸੇਮ ਥੇਲਸ ਥਿਓਰਮ ਦੀ ਐਪਲੀਕੇਸ਼ਨ ਹੀ ਹੈ ਬੱਚੇ ਤਾਂ 3/2 ਬਰਾਬਰ 2.7 upon EC ਠੀਕ ਹੈ। EC किदे बराबर आ जाएगा 2.7 मल्टीप्लाइड बाय 2 अपॉन 3 ਤਾਂ 3 ਨੂੰ 2.7 ਨਾਲ ਕੈਨਸਲ ਕਰਾਂਗੇ 0.9 ਆਏਗਾ 0.9 और 2 ਨੂੰ ਮਲਟੀਪਲਾਈ ਕਰਾਂਗੇ ਤਾਂ 1.8 सेंटीमीटर आंसर आ जाएगा। क्वेश्चन नंबर 33 बेटा इन्हां त्रिभुजां ਦੇ ਵਿਚਾਰ ਕਰੋ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ। ਤਾਂ ਆਪਾਂ ਬੇਟਾ ਧਿਆਨ ਦਈਏ ਇੱਥੇ ਦੋ ਤਿਕੋਣਾ ਦੇ ਰੱਖੀਆਂ ਨੇ और पहले त्रिकोण की गल करिए तो AB भुजा और AC भुजा दोनों ही 5 सेंटीमीटर्स ने। इधरों PQR दे विच PR भुजा और PQ भुजा दोनों ही 10 सेंटीमीटर्स ने। तो पहली गल तो दोनों ही ट्रायंगल्स जिहड़ियां हैगियां है वो आइसोसेलेस ट्रायंगल्स ने या कह दिए सम दो भुजी त्रिकोणा ने ठीक है। सम दो भुजी त्रिकोणा दे विचों एक प्रॉपर्टी तुहानूं अगर याद आए पुरानी तां आ कोण P 40 डिग्री है तो कोण Q भी कितना होएगा 40 डिग्री। कहने का भाव है ਜਿਹੜੀਆਂ बराबर भुजावां ਹੁੰਦੀਆਂ ਉਹਨਾਂ ਦੇ ਸੰਗਤ ਕੋਣ ਵੀ ਬਰਾਬਰ ਹੁੰਦੇ ਨੇ। ਇਕੁਅਲ ਸਾਈਡਸ ਦੇ ਅਪੋਜ਼ਿਟ ਐਂਗਲਸ ਜਿਹੜੇ ਹੈਗੇ ਉਹ ਵੀ ਕੀ ਹੋਣਗੇ ਇਕੁਅਲ ਐਂਗਲਸ ਹੋਣਗੇ। ਸੋ Q ਜਿਹੜਾ ਉਹ ਵੀ 40 डिग्री हो गया P भी 40 डिग्री हो गया। रही गल R ਦੀ ਤਾਂ R ਆਪਣੇ ਕੋਲ ਕਿੰਨਾ ਆ ਜਾਏਗਾ ਐਂਗਲ ਸਮ ਪ੍ਰੋਪਰਟੀ ਦੇ ਨਾਲ 180 ਵਿੱਚੋਂ 80 ਮਾਈਨਸ ਕਰ ਦਈਏ ਤਾਂ 100 डिग्री आ जाएगा। हुण चलिए कि R अपने को 100 डिग्री आ चुकिया है। हुण दो
ਸਮ ਦੋ ਭੁਜੀ ਤਿਕੋਣਾ, ਦੋ ਆਈਸੋਸੀਲੀਸ ਟ੍ਰਾਇੰਗਲਸ ਕਦੋਂ ਸਮਰੂਪ ਹੋ ਸਕਦੀਆਂ ਨੇ, ਸਿਮਿਲਰ ਕਦੋਂ ਹੋ ਸਕਦੀਆਂ ਨੇ, ਜਦੋਂ ਉਹਨਾਂ ਦੇ ਵਿੱਚ ਵਾਲਾ ਜਿਹੜਾ ਕੋਣ ਹੈ, ਆਹ ਵਾਲਾ ਸੰਗਤ ਕੋਣ ਹੈ, ਇਹ ਆਪਸ 'ਚ ਬਰਾਬਰ ਹੋ ਜਾਵੇ। ਇਹਦਾ ਮਤਲਬ A ਦਾ ਮਾਪ ਅਗਰ 100 ਹੋ ਜਾਏਗਾ ਤਾਂ ਦੋਨੋਂ ਤਿਕੋਣਾ ABC PQR ਦੇ ABC ਜਿਹੜਾ ਹੈ ਉਹ RPQ ਦੇ ਸੰਗਤ ਸਿਮਿਲਰ ਹੋ ਜਾਏਗੀ। ਸੋ ਆਪਣੇ ਕੋਲ ਜਿਹੜੀ B ਆਪਸ਼ਨ ਹੈ ਤ੍ਰਿਭੁਜਾਂ ਦੇ ਸਮਰੂਪ ਹੋਣ ਦੇ ਲਈ A ਦਾ ਮਾਪ 100 ਡਿਗਰੀ ਹੈ, ਇਹ ਸਹੀ ਹੋਵੇਗੀ। ਕੁਐਸਚਨ ਨੰਬਰ 34 ਜੇਕਰ ABCEDF ਦੇ ਸਿਮਿਲਰ ਹੈ, ABCDEF ਦੇ ਸਿਮਿਲਰ ਯਾਨੀ ਕਿ ਸਮਰੂਪ ਨਹੀਂ ਹੈ, ਤਾਂ ਇਹਨਾਂ ਵਿੱਚੋਂ ਕਿਹੜਾ ਕਥਨ ਸੱਚ ਨਹੀਂ ਹੈ। ਸੱਚ ਨਹੀਂ ਹੈ ਮਤਲਬ ਕਿਹੜਾ ਕਥਨ ਕੀ ਹੈ, ਰੋਂਗ ਹੈ ਜਾਂ ਗਲਤ ਹੈ। ਤਾਂ ਪਹਿਲੀ ਗੱਲ ਤਾਂ ਬੇਟਾ ਜੋ ਆਪਾਂ ਨੂੰ ਸਿਮਿਲੈਰਿਟੀ ਦੇਖਿਓ ਉਹਦੇ ਹਿਸਾਬ ਨਾਲ ਆਪਾਂ ਰੇਸ਼ੀਓਜ਼ ਬਣਾ ਲਈਏ। ਬਹੁਤ ਹੀ ਸੌਖਾ ਹੁੰਦਾ, AB/ED ਲਿਖ ਲਓ। ਆ ਲਿਖ ਲਿਆ ਆਪਾਂ AB/ED is equal to BCDF ਦੇ ਉੱਪਰ BC/DF और फिर तीसरी भुजा ले लो AC और इधरों भी EF। ठीक है, अगर ट्रायंगल सिमिलर ने ਤਾਂ ਜਿਹੜੀਆਂ ਭੁਜਾਵਾਂ ਨੇ, ਸਾਈਡਸ ਨੇ, ਉਹ ਸੇਮ ਅਨੁਪਾਤ ਵਿੱਚ ਹੋਣਗੀਆਂ ਉਸੇ ਕ੍ਰਮ ਦੇ ਵਿੱਚ ਜਿਸ ਕ੍ਰਮ ਦੇ ਵਿੱਚ ਆਪਾਂ ਟ੍ਰਾਇੰਗਲ ਦਾ ਨਾਮ ਲਿਖਿਆ ਹੈ। ਠੀਕ ਹੈ, ਇੱਥੋਂ ਆਪਾਂ ਆਪਣੇ ਬੇਟਾ ਇਕੁਏਸ਼ਨਸ ਬਣਾ ਲੈਂਦੇ ਆ ਔਰ ਇਹਨਾਂ ਨੂੰ ਫਿਰ ਚੈੱਕ ਕਰਾਂਗੇ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਔਰ ਕਿਹੜਾ ਗਲਤ ਹੈ। ਪਹਿਲੀ ਗੱਲ, ਪਹਿਲੀ ਇਕੁਏਸ਼ਨ ਆਪਣੇ ਕੋਲ ਕੀ ਬਣ ਜਾਏਗੀ, AB multiplied by DF is equals to ED multiplied by BC। ਪਹਿਲੀ ਇਕੁਏਸ਼ਨ ਇਹ ਬਣ ਗਈ। ਦੂਸਰੀ ਇਕੁਏਸ਼ਨ ਇੱਥੋਂ ਲੈ ਲਓ, BC multiplied by EF is equals to AC multiplied by DF। और तीसरी इक्वेशन ਇੱਥੋਂ ਲੈ ਲਓ, AB multiplied by EF is equals to AC multiplied by ED। ਆ ਤਿੰਨਾਂ ਵਿੱਚੋਂ ਆਪਾਂ ਇੱਥੇ ਚੈੱਕ ਕਰਨਾ ਵੀ ਕਿਹੜਾ ਗਲਤ ਹੈ। C ऑप्शन पर ध्यान दो, BC और EF मल्टीप्लाई हो रहा है, ABEF नो, ए वाला ऑप्शन ਜਿਹੜਾ ਹੈ ਉਹ ਸਹੀ ਨਹੀਂ है, आ सही नहीं है। BCEF ACFD आ वाला सही है, ABEF ACED आ वाला भी सही है, BCDE ABDF ਦੇ ਬਰਾबर आ वाला ऑप्शन सही है। ਤਾਂ ਸਾਰੇ ਆਪਸ਼ਨ ਯੂਜ਼ ਹੋ ਰਹੇ ਨੇ, ਆ ਵਾਲਾ ਆਪਸ਼ਨ ਆਪਣੇ ਕੋਲ ਗਲਤ ਆ ਗਿਆ। ਤਾਂ ਤੁਸੀਂ ਜੋ ਦਿੱਤਾ ਹੈ ਪਹਿਲਾਂ ਉਹਦੇ ਵਿੱਚੋਂ ਆਪਣੇ ਵੱਲੋਂ ਆਨਸਰਸ ਬਣਾ ਲਓ ਔਰ ਫਿਰ ਆਪਾਂ ਉਹਦੇ ਵਿੱਚੋਂ ਚੈੱਕ ਕਰਾਂਗੇ ਵੀ ਕਿਹੜਾ ਗਲਤ ਹੈ ਕਿਹੜਾ ਸਹੀ ਹੈ। ਨੈਕਸਟ ਚੱਲਦੇ ਹਾਂ, PRQ QYZ XYZ ਦੇ ਸਿਮਿਲਰ ਹੈ ਤਾਂ ਕਿਹੜਾ ਰੇਸ਼ੋ ਸਹੀ ਹੈ। ਸੇਮ ਉਹੀ ਤਰੀਕੇ ਦਾ ਕੁਐਸਚਨ ਹੈ ਬੇਟਾ, ਰੇਸ਼ੋਜ਼ ਨੂੰ ਲਿਖ ਲਓ ਪਹਿਲਾਂ, PR अपॉन ਕੀ ਲਵਾਂਗੇ XY is equals to RQ ਲਵਾਂਗੇ और इधर भी सेकंड जोड़ा YZ is equals to PQ ਲੈ ਲਾਂਗੇ और लास्ट वाला जोड़ा XZ। ਹੁਣ ਚੈੱਕ ਕਰ ਲਓ ਵੀ ਕਿਹੜਾ ਇਹਦੇ ਵਿੱਚੋਂ ਗਲਤ ਹੈ। डी ऑप्शन चेक करिए, QR अपॉन YZ किदे बराबर है, PR XY ਦੇ ਆ ਆਪਸ਼ਨ ਸਹੀ ਹੈ। ਇਹਦੇ ਵਿੱਚ ਤਾਂ ਲਿਖਿਆ ਹੈ ਹੁਣ ਤਾਂ ਮਤਲਬ ਪੁੱਛ ਰਿਹਾ ਕਿ ਕਿਹੜਾ ਆਪਸ਼ਨ ਸਹੀ ਹੈ, ਤਾਂ डी ऑप्शन इज राइट। ਬਾਕੀ ਤਿੰਨੋਂ ਤੇ ਚੈੱਕ ਕਰੋਗੇ ਤਾਂ ਗਲਤ ਹੈ। ਠੀਕ, ਨੈਕਸਟ ਕੁਐਸਚਨ ਆਪਾਂ ਚੱਲਦੇ ਹਾਂ, ਮੂਲ ਅਨੁਪਾਤਾ ਪ੍ਰਮੇय ਜਿਸ ਨੂੰ ਇਹ ਵੀ ਕਿਹਾ ਜਾਂਦਾ ਹੈ, यानी कि बेसिक प्रोपोर्शनैलिटी थ्योरम ਨੂੰ ਆਪਾਂ ਹੋਰ ਕੀ ਕਹਿੰਦੇ ਹਾਂ, ਥੇਲਸ ਥਿਓਰਮ ਕਹਿੰਦੇ ਹਾਂ। ਸਾਇੰਟਿਸਟ ਦੇ ਨਾਮ ਤੇ ਰੱਖੀ ਗਈ ਹੈ ਜਿਨ੍ਹਾਂ ਨੇ ਇਹਦਾ ਪ੍ਰੂਫ ਦਿੱਤਾ ਸੀ। ਕੁਐਸਚਨ ਨੰਬਰ 37 ਵਿੱਚ ਆ ਜਾਂਦੇ ਹਾਂ। ਕੁਐਸਚਨ ਵੀ ਬੇਟਾ ਆਪਾਂ ਪਿਛਲੀ ਵਰਕਸ਼ੀਟ ਦੇ ਵਿੱਚ ਕਰ ਚੁੱਕੇ ਹਾਂ। ਇਸ ਕੁਐਸਚਨ ਨੂੰ ਮੈਂ ਤੁਹਾਡੇ ਦੇ ਉੱਪਰ ਹੋਮਵਰਕ ਛੱਡਦੀ ਹਾਂ, ਇਹ ਤੁਸੀਂ ਪਿਛਲੀ ਵਰਕਸ਼ੀਟ ਦੇ ਵਿੱਚੋਂ ਕਵਰ ਕਰਨਾ ਹੈ। ਵੈਸੇ ਦਾ ਆਨਸਰ 18 ਸੈਂਟੀਮੀਟਰ। ਕੁਐਸਚਨ ਨੰਬਰ 38 ਵੀ ਕੁਝ ਉਸੇ ਤਰੀਕੇ ਦਾ ਆਨਸਰ ਬਣ ਜਾਂਦਾ ਹੈ। तो जो मैंने फिगर दे रखी है बेटा ਉਹਦੇ ਵਿੱਚ ਦੋ ट्रायंगल्स दे रखे हैं, एक और दूसरा ट्रायंगल, और ये दोनों ट्रायंगल्स किने सिमिलर ने। ठीक, क्योंकि AB और PQ दे रखियां ने पैरेलल, ਤਾਂ एंगल ਦੇ ਨਾਲ ਜਿਹੜਾ ਹੈ ਇਹ ट्रायंगल्स ਕੀ ਹੋ ਜਾਣਗੇ, सिमिलर। ਜਦੋਂ सिमिलर ਹੋਣਗੇ ਤਾਂ ਸਾਈਡਸ ਹੋਣਗੇ ਪ੍ਰੋਪੋਰਸ਼ਨੇਟ, ਤਾਂ AB ਸਾਈਡ अपॉन PQ ਸਾਈਡ विल बी इक्वल टू OB साइड अपॉन OP साइड। ਹੁਣ AB और PQ किना दे रखा है, R6 ਤੇ R2 यानी कि 6 upon 2 आ दे रखा है, वैल्यू 3 दे रखी है, और OB upon OB R3 upon 1 दे रखी, 3 upon OP
ਤਾਂ 3 और 3 ਇੱਥੋਂ ਕੈਨਸਲ ਹੋ ਜਾਣਗੇ ਤਾਂ 1 ਹੀ ਰਹਿ ਜਾਊਗਾ ਤਾਂ OP ਦਾ ਆਨਸਰ ਕਿੰਨਾ ਆ ਜਾਏਗਾ ਮੇਰੇ ਕੋਲ ਸਿਰਫ 1 ਸੈਂਟੀਮੀਟਰ। ਤਾਂ D ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਤਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਦੋ ਤਿਕੋਣਾ DEF PQR ਦੇ ਵਿੱਚ ਕੋਣ DQ ਦੇ ਬਰਾਬਰ ਹੈ, ਕੋਣ RE ਦੇ ਬਰਾਬਰ ਹੈ। ਇਹਨਾਂ ਵਿੱਚੋਂ ਕਿਹੜਾ ਸੱਚ ਨਹੀਂ ਹੈ, मतलब ਕਿਹੜਾ ਇਹਨਾਂ ਦੇ ਵਿੱਚੋਂ ਕੀ ਹੈ, ਰੋਂਗ ਹੈ। टू ट्रायंगल्स दे रखी है और ਆਪਾਂ ਨੂੰ एंगल्स सेम दे रखे ने दो। ਉਹਦੇ ਹਿਸਾਬ ਨਾਲ ਬੇਟਾ ਆਪਾਂ ਡਿਸਾਈਡ ਕਰਾਂਗੇ ਕਿਸ ਆਰਡਰ ਦੇ ਵਿੱਚ ਸਿਮਿਲਰ ਹੋਣਗੇ। ਤਾਂ ਆਪਾਂ ਟ੍ਰਾਇੰਗਲਸ ਡਰਾ ਕਰ ਲੈਂਦੇ ਹਾਂ। ਇਹ ਬੇਟਾ ਇੱਥੇ ਥੋੜਾ ਜਿਹਾ ਕੈਚ ਹੈ ਕਿ ਐਂਗਲ DQ ਦੇ ਬਰਾਬਰ ਹੈ। ਸੋ DEF ਕਿਹਦੇ ਸਿਮਿਲਰ ਬਣੇਗਾ, ਜਿੱਥੇ D ਲਿਖਿਆ ਉੱਥੇ ਕੀ ਲਿਖੋਗੇ ਤੁਸੀਂ ਬੇਟਾ Q ਲਿਖਾਂਗੇ, ਜਿੱਥੇ E ਲਿਖਿਆ ਉੱਥੇ ਕੀ ਲਿਖਾਂਗੇ R। ਤਾਂ ਇਹ R ਫਿਰ ਬਚਿਆ ਆਪਣੇ ਕੋਲ P। ਤਾਂ ਇਸ ਆਰਡਰ ਦੇ ਵਿੱਚ ਆਪਣੇ ਟ੍ਰਾਇੰਗਲਸ ਦੀ ਸਿਮਿਲੈਰਿਟੀ ਬਣੇਗੀ। ਹੁਣ ਤੁਸੀਂ ਇੱਥੋਂ ਕੀ ਦੇਖਣਾ ਹੈ ਕਿ ਇਹਦੇ ਵਿੱਚੋਂ ਰੋਂਗ ਕਿਹੜਾ ਹੈ, ਉਹੀ ਕੰਮ ਕਰਨਾ ਹੈ। ਤੁਸੀਂ ਇਹਨਾਂ ਨੂੰ ਆਰਡਰ ਨੂੰ ਪਹਿਲਾਂ ਲਿਖ ਲਓ, ਅਨੁਪਾਤ ਨੂੰ ਲਿਖ ਲਓ ਆਪਣੇ ਵੱਲੋਂ। ਸੋ DE upon QR will be equal to EF upon PR is equal to DF upon PQ। ठीक है, ਇਹਦੇ ਵਿੱਚ ਹੁਣ ਚੈੱਕ ਕਰੀਏ ਆਪਾਂ ਕਿਹੜਾ ਰੋਂਗ ਹੈ। बी ऑप्शन पर नजर मारो बेटा, DE upon PQ, DE upon ਇੱਥੇ QR ਲਿਖਿਆ ਹੈ, PQ ਦੇ upon ਨਹੀਂ ਆ ਸਕਦਾ ਹੈਗਾ ਤਾਂ ਇਹ ਵੀ ਆਪਸ਼ਨ ਆਪਣਾ ਰੋਂਗ ਹੈ। EF upon PR, EF PR DF PQ ਦੇ ਬਰਾਬਰ ਹੈ, ਬਿਲਕੁਲ ਠੀਕ ਹੈ। DE QR, DE QR DF PQ ਦੇ ਬਰਾਬਰ ਆ ਵੀ ਠੀਕ ਹੈ। EF RP, EF RP DE QR ਦੇ ਬਰਾबर आ भी ऑप्शन ठीक है। क्वेश्चन नंबर 40, ट्रायंगल ABC PQR सिमिलर है, AB 24 है, PQ 40 है, PR 5 है। तो AC की लंबाई पता करना चाहते हैं। सेम वही अपने को रेशियो ऑफ द साइड्स इज इक्वल ओ वाला कांसेप्ट लग जाएगा। ड्रॉ करने की लोड़ नहीं बेटा, ਆਪਾਂ ਇੱਥੋਂ ਹੀ ਆਰਡਰ ਲੈ ਲਾਂਗੇ। AB upon PQ, AB upon PQ ओके इज इक्वल टू PR यूज हो रहा है ना, तो AC upon PR, AC upon PR। ਇੱਥੋਂ ਮੇਰੇ ਕੋਲ ਵੈਲਿਊਜ਼ ਕੀ ਆ ਜਾਣਗੀਆਂ ਬੇਟਾ, AB 24 है, PQ है 40, AC पता करना चाहते हैं और PR है 5। ਤੁਸੀਂ ਇੱਥੇ ਕੈਨਸਲ ਕਰ ਦੋ, 5 8 ਦਾ 40 और 8 3 ਦਾ 24 ਤੇ AC ਦੀ ਵੈਲਿਊ ਕਿੰਨੀ ਆ ਗਈ 3 ਸੈਂਟੀਮੀਟਰ। ਜੇਕਰ ਦੋ ਤਿਕੋਣ ABC DEF ਦੇ ਵਿੱਚ ਇਸ ਆਰਡਰ ਦੇ ਵਿੱਚ ਭੁਜਾਵਾਂ ਸਭ ਅਨੁਪਾਤ ਵਿੱਚ ਹਨ ਤਾਂ ਇਹ ਸਮਰੂਪ ਹੋਣਗੇ ਜਦੋਂ। ਹੁਣ ਦੇਖੋ ਬੇਟਾ ਆਪਣੇ ਕੋਲ AB upon DE, देखो ਇਹਨੂੰ ਸਮਝੋ, A B ਭੁਜਾ ਦੇ ਰੱਖੀ ਹੈ और इधरों BC ਭੁਜਾ ਦੇ ਰੱਖੀ ਹੈ, इधरों DE ਭੁਜਾ ਦੇ ਰੱਖੀ ਹੈ और F B ਭੁਜਾ ਦੇ ਰੱਖੀ ਹੈ। ਤਾਂ B और B ਕੋਣ ਹੈ, ਤਾਂ ਮਤਲਬ ਦੋਨਾਂ ਦੇ ਵਿਚਕਾਰ ਵਾਲੇ ਦੋਨੋਂ ਭੁਜਾਵਾਂ ਦੇ ਜਿਸ ਤਰੀਕੇ ਨਾਲ ਦੇਖੋ ਇੱਥੇ ਆ A B BC ਦੇ ਰੱਖੀ ਨਾ, ਇਹਦੇ ਵਿੱਚ ਕੋਣ B ਆ ਰਿਹਾ ਹੈ, ਠੀਕ ਹੈ। और DE और FD ਦੇ ਵਿੱਚ ਕਿਹੜੀ ਐਂਗਲ ਕਾਮਨ ਹੈ, ਐਂਗਲ D। ਇਹਨਾਂ ਨੂੰ ਦੋਨੋਂ ਭੁਜਾਵਾਂ ਦੇ ਵਿੱਚ ਐਂਗਲ D ਆ ਰਿਹਾ ਹੈ। ਤਾਂ ਦੋ ਭੁਜਾਵਾਂ ਦੇ ਵਿੱਚ ਜਿਹੜਾ ਕੋਣ ਹੈ ਉਹਨੂੰ ਬਰਾਬਰ ਹੋਣਾ ਪਏਗਾ ਤਾਂ ਇਹ ਦੋਨੋਂ ਸਿਮਿਲਰ ਹੋ ਜਾਣਗੇ SCS ਦੇ ਨਾਲ। ਸੋ ਕੋਣ B will be equal to ਕੋਣ D। C option is the right option। Question number 42। Question number 42 ਦੇ ਵਿੱਚ ਵੀ ਬੇਟਾ ਆਪਣੇ ਕੋਲ ਦੋ ਟ੍ਰਾਇੰਗਲਸ ਨੇ ਔਰ ਉਹਨਾਂ ਦੀ ਸਿਮਿਲੈਰਿਟੀ ਜਿਹੜੀ ਹੈ ਉਹ ਯੂਜ਼ ਕਰਾਂਗੇ ਕਿਉਂਕਿ ਉਹ ਦੇ ਰੱਖਿਆ ਹੈ ਔਰ ਉਹਨਾਂ ਦੀ ਭੁਜਾਵਾਂ ਦਾ ਮਤਲਬ ਸੇਮ ਅਨੁਪਾਤ ਵਿੱਚ ਹੋਣਗੀਆਂ। ABC PQR ਦੇ ਸਿਮਿਲਰ ਹੈ ਤਾਂ y plus z ਦਾ ਮੁੱਲ ਪੁੱਛਿਆ ਹੋਇਆ ਹੈ, ठीक है। R Z है, इधरों BC 8 है, अब 4√3 है, PQ 3 है, QR 6 है और PR जो है वो Y है। सो आप उन्हें ऑर्डर ਦੇ ਵਿੱਚ ਲਿਖੀਏ AB upon PQ is equal to BC upon QR is equal to AC upon PR। सो वैल्यूज पुट करने पर क्या आ जाएगा, इधरों ਇਹਦੀ वैल्यू 8/6 है, यही वैल्यू सानू पता है। AC और AB और PQ ये है Z upon 3 और AB upon PQ की वैल्यू है Z upon 3, AC 4√3 है और PR हैगा है Y। तो मेरे को दो रेशियोज आ गया, उन्होंने ਆਪਾਂ कर लांगे सॉल्व, ठीक है। जो इनू सॉल्व करांगे तो देखो इत्थे 2 कैंसिल हो गया, इत्थे कितना आ गया 4। तो Z दी वैल्यू मेरे को आ गई 4, पहली वैल्यू आ गई। यूज करिए आप 8/6 इज 4√3 upon y।
तब y इज इक्वल टू 4√3 मल्टीप्लाइड बाय 6/8, 4 2 ज़ा 8 और इधर 3 आ गया, तो आ गया 3√3। तब y प्लस z दी वैल्यू 4 प्लस 3√3, बी ऑप्शन इज द राइट ऑप्शन। क्वेश्चन नंबर 43 की कहना है 5 मीटर लंबी सोटी है, तब परछावा कितना ਹੁੰਦਾ है 2 मीटर। ਇਸ ਦੇ ਨਾਲ ਹੀ 12.5 मीटर लंबा रुख होवे, तब परछावा कितना होएगा। देखो बेटा क्वेश्चन पढ़ते पढ़ते मैं रेशियोज बना लिया। ये सीधे अनुपात का क्वेश्चन है, 8th क्लास में ਤੁਸੀਂ ਕਰ ਚੁੱਕੇ ਹੋ डायरेक्ट प्रोपोर्शन। ਤਾਂ ਇੱਥੋਂ ਆਪਾਂ ਨੂੰ ਸੋਲਵ ਕਰ ਲਈਏ। x will be equal to 12.5 multiplied by 2/5, कैंसिल कर लो 2.5 multiplied by 2, that is 5.0 is the answer। क्वेश्चन नंबर 44, AC 5 है और AE ਦੀ ਲੰਬਾਈ ਪਤਾ ਕਰੋ, BE पैरेलल है BC ਦੇ, AD 3 सेंटीमीटर है और BD 7 सेंटीमीटर है। बेटा सेम वही थेल्स थ्योरम वाला क्वेश्चन है। ਤਾਂ ਤੁਸੀਂ ਕੀ ਕਰਨਾ ਹੈ, ਇੱਥੇ ਰੇਸ਼ੀਓਜ਼ ਨੂੰ ਯੂਜ਼ ਕਰਨਾ। ਮੈਂ ਤੁਹਾਨੂੰ ਸਿੱਧਾ ਆਨਸਰ ਦੱਸ ਦਿੰਦੀ ਹਾਂ। ਤਾਂ 3/10 will be equal to x/5, ਠੀਕ ਹੈ। ਆਪਾਂ ਨੂੰ AD 3 ਦੇ ਰੱਖਿਆ ਹੈ और पूरे भुजा ਦੀ ਲੰਬਾਈ ਜਿਹੜੀ ਹੈ ਉਹ AC plus BD 10 हो जाए। So this implies x will be equal to 3 multiplied by 5/10, 3/2 यानी कि C is 1.5 centimeters। नंबर 45 लास्ट क्वेश्चन ਵੱਲ ਚੱਲਦੇ ਹਾਂ ਆਪਾਂ। ਇਹਦੇ ਵਿੱਚ ਵੀ ਬੇਟਾ ਆਪਣੇ ਕੋਲ ट्रायंगल ਦੇ ਰੱਖਿਆ है PQR और AB जो है वो समांतर रेखा है PR दे। PA ਦੀ ਵੈਲਿਊ 2√2, AQ ਦੀ ਵੈਲਿਊ ਦੇ ਰੱਖੀ ਹੈ ਆਪਣੇ ਕੋਲ 3√2। ਉਸ ਤੋਂ ਬਾਅਦ PR ਦੀ ਵੈਲਿਊ ਕੁੱਲ 10 ਦੇ ਰੱਖੀ ਹੈ और BR ਦੀ ਲੰਬਾਈ ਪੁੱਛੀ ਹੋਈ ਹੈ। क्वेश्चन सेम है, बस उल्ट तरीके ਨਾਲ ਪੁੱਛਿਆ ਹੈ। ਤਾਂ ਤੁਸੀਂ ਰੇਸ਼ੀਓਜ਼ ਕੀ ਯੂਜ਼ ਕਰੋਗੇ, ਕਿਉਂਕਿ BR ਪੁੱਛਿਆ ਹੋਇਆ ਹੈ। ਸੋ ਆਪਾਂ ਰੇਸ਼ੀਓ ਬਣਾਵਾਂਗੇ AQ, नीचे वाले छोटा टुकड़ा लवांगे और अपॉन पूरी भुजा लवांगे PQ, क्योंकि दूजे पासे मैंने पूरी भुजा दे रखी है। उस तो बाद BR और अपॉन PR। बस एक गल का ध्यान रखना बेटा, जो प्रपोर्शन तुसी लेफ्ट हैंड साइड लिया है वही प्रपोर्शन तुसी राइट हैंड साइड लेना है। AQ की वैल्यू कितनी दे रखी है 3√2 और PQ दे रखा है पूरा का पूरा, इन्हें जोड़ लो 3 + 2 5√2। BR उन्हें पूछा हुआ है और PR पूरा दे रखा है मैनू 10, ठीक है। √2 कैंसिल हो गया, 5 1 5 5 2 10। इसका मतलब BR जो है और 3 multiplied by 2 6 सेंटीमीटर इज द आंसर।